वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਿਰਭਉ ਨਿਰਵੈਰ ਜੀਵਨੀ ਗੁਰੂ ਹਰ ਰਾਏ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 57, ਲੇਖਕ ਸਤਬੀਰ ਸਿੰਘ। ਭਾਗ ਪੰਜਵਾਂ, ਫੈਲਿਓ ਦੇਸ਼ ਦੇਸ਼ ਜਸ ਗੁਰੂ ਕਾ। ਅਦੁੱਤੀ ਸਿੱਖ ਦੀ ਘਾੜਤ। ਪਿਛਲੇ ਕਈ ਵਰ੍ਹਿਆਂ ਤੋਂ ਕੀਰਤਪੁਰ ਵਿੱਚ ਜੋ ਸਿੱਖਾਂ ਦੀ ਘਾੜਤ ਘੜੀ ਜਾ ਰਹੀ ਸੀ, ਉਸਨੇ ਕਈ ਉੱਚੀਆਂ ਸੁਰਤਾਂ ਤੇ ਅਥਾਹ ਜੁਰਤ ਵਾਲੇ ਬੰਦੇ ਪੈਦਾ ਕਰ ਦਿੱਤੇ ਸਨ। ਭਾਈ ਝੰਡਾ, ਜਿਨ੍ਹਾਂ ਹੁਕਮ ਮੰਨਣ ਦੀ ਹੱਦ ਦਰਸਾਈ ਸੀ, ਅਤੇ ਭਾਈ ਭੈਰਿਓ, ਜਿਨ੍ਹਾਂ ਜੁਰਤ ਦੀ ਝਾਕੀ ਪੇਸ਼ ਕੀਤੀ ਸੀ। ਭਾਈ ਸਾਧ, ਜਿਨ੍ਹਾਂ ਗੁਰਬਚਨਾਂ ਤੋਂ ਪੁੱਤਰ ਤੱਕ ਵਾਰ ਦਿੱਤਾ ਸੀ, ਦੀਆਂ ਅਨੇਕਾਂ ਸਾਖੀਆਂ ਸਿੱਖਾਂ ਸਾਹਮਣੇ ਆ ਰਹੀਆਂ ਸਨ। ਸਿੱਖ ਆਤਮ ਰਸੀਏ, ਗਿਆਨੀ, ਕਹਿਣੀ ਦੇ ਸੂਰੇ, ਸਿੱਧ ਸਾਧਕ ਤੇ ਐਸੇ ਬਣ ਗਏ ਜਿਨ੍ਹਾਂ ਦੀ ਰੱਬ ਆਪ ਸੁਣਦਾ ਹੈ। ਬਾਣੀ ਪੜ੍ਹਦੇ ਗਾਵਦੇ ਦੇਵਤੇ ਹੀ ਲੱਗਦੇ ਸਨ। ਮੋਹ ਮਾਇਆ ਦੀ ਮੈਲ ਗੁਰੂ ਚਰਨਾਂ ਪਾਸ ਬੈਠ ਕੇ ਉਹਨਾਂ ਦੂਰ ਕਰ ਲਈ ਸੀ। ਜਦ ਕੀਰਤਪੁਰ ਵਿੱਚ ਕੋਈ ਇਹਨਾਂ ਨੂੰ ਟੁਰਦੇ ਫਿਰਦੇ ਦੇਖਦਾ ਤਾਂ ਇੰਜ ਲੱਗਦਾ ਜਿਵੇਂ ਹੰਸਾਂ ਦੀਆਂ ਡਾਰਾਂ ਤੁਰ ਫਿਰ ਰਹੀਆਂ ਹਨ। ਜਨ ਮਾਲ ਮਰਾਲਨ ਟੁਰ ਕੇ ਦਖ ਦਰਬਾਰ ਦੀ ਗੁਰੂ ਜੀ ਦਾ ਜਸ ਚਾਰੇ ਪਾਸੇ ਸੂਰਜ ਦੀਆਂ ਕਿਰਨਾਂ ਵਾਂਗ ਫੈਲ ਰਿਹਾ ਸੀ, ਅਤੇ ਉਹਨਾਂ ਦੇ ਦਰਬਾਰ ਦੀ ਦਖ ਵੀ ਨਿਰਾਲੀ ਤੇ ਅਦੁੱਤੀ ਸੀ। ਜਦ ਆਪ ਜੀ ਦਰਬਾਰ ਲਗਾਉਂਦੇ ਤਾਂ ਨਕੀਬ ਸੱਦ ਦਿੰਦੇ ਜਾਂਦੇ ਸੀ ਅਤੇ ਨਗਾਰਾ ਵੱਜਦਾ ਰਹਿੰਦਾ ਸੀ। ਹਾਥੀ ਚਾਂਦੀ ਦੇ ਹੁੱਦੇ ਵਾਲਾ ਬਾਹਰ ਝੂਮਦਾ ਰਹਿੰਦਾ। 2200 ਸਵਾਰ ਭਾਂਤ ਭਾਂਤ ਦੀਆਂ ਵਰਦੀਆਂ ਵਿੱਚ ਜਥੇ ਬਣਾ ਕੇ ਦੀਵਾਨ ਵਿੱਚ ਸਜਦੇ ਸਨ। 2200 ਤੁਰੰਗ ਜਾ ਕੇ ਸੰਗ ਨਰ ਰਾਏ ਜੀ। ਬਾਹਰ ਚੌਕਦਾਰ ਖੜਾ ਰਹਿੰਦਾ ਸੀ, ਹਰ ਆਏ ਗਏ ਤੇ ਨਜ਼ਰ ਰੱਖਦਾ ਸੀ। ਪਾਤਸ਼ਾਹੀ ਸ਼ਾਮਿਆਨੇ ਨੂੰ ਤਣਿਆ ਦੇਖ ਸੰਸਾਰੀ ਬਾਦਸ਼ਾਹ ਵੀ ਲੱਜ ਖਾ ਜਾਂਦੇ ਸਨ। ਉਧਰ ਜਦ ਬਚਨਾਂ ਰਾਹੀਂ ਨਾਮ ਦੀ ਝੜੀ ਲਗਾ ਸ਼ਾਂਤੀ ਵਰਤਾਉਂਦੇ ਸਨ ਤਾਂ ਪਰਲੋਕ ਦੇ ਦੇਵਤੇ ਵੀ ਸ਼ਰਮਾ ਜਾਂਦੇ ਸਨ। ਤੁਰਕੀ ਧਰਮ ਭੀ ਲਜੇ ਹੈ। ਆਪ ਜੀ ਦੇ ਚਿਹਰੇ ਤੇ ਨੂਰਾਨੀ ਝਲਕ ਸਭ ਹਾਜ਼ਰ ਸੰਗਤਾਂ ਵਿੱਚ ਜੀਵਨ ਰੋ ਦੌੜਾ ਦਿੰਦੀ ਸੀ। ਇੰਜ ਜਾਣੋ ਜਿਵੇਂ ਚੰਦਨ ਦਾ ਬਾਗ ਸਭ ਪਾਸੇ ਸੁਗੰਧੀ ਖਲੇਰ ਕੇ ਹਰ ਇੱਕ ਨੂੰ ਸੁਗੰਧਿਤ ਕਰ ਦੇਵੇ। ਸੰਗਤਾਂ ਦੂਰੋਂ ਦੂਰੋਂ ਆ ਕੇ ਭੇਟਾਂ ਰੱਖਦੀਆਂ ਅਤੇ ਮੇਵੜਾ ਸੁਣਾਈ ਚਲਾ ਜਾਂਦਾ। ਇਹ ਠੀਕ ਹੈ ਕਿ ਪਹਿਲਾਂ ਵਾਂਗ ਹੀ ਲਾਖਨ ਕੋ ਧਨ ਆਏ ਹੋ, ਪਰ ਗੁਰ ਖਰਚੇ ਸੋ। ਇਸ ਤਰ੍ਹਾਂ ਦਾ ਵਿਵਹਾਰ ਚੱਲਦਾ ਕਿ ਸਭ ਰਾਜੀ ਜਾਂਦੇ। ਦੀਵਾਨ ਦੀ ਪਦਵੀ ਭਾਈ ਪਰਾਗਾ ਦੇ ਪੋਤਰੇ ਭਾਈ ਦਰਗਾਹ ਮੱਲ ਨੂੰ ਆਪ ਜੀ ਨੇ ਬਖਸ਼ੀ ਸੀ। ਉਸ ਬਾਰੇ ਬੰਸਾਵਲੀ ਨਾਮੇ ਵਾਲੇ ਨੇ ਲਿਖਿਆ ਹੈ ਕਿ ਬੜੇ ਸੂਝਵਾਨ ਅਤੇ ਫਹੀਮ ਸਨ। ਕੋਈ ਹਾਜ਼ਰ ਹੋ ਕੇ ਕਹਿੰਦਾ ਕਿ ਆਪ ਜੀ ਦੀ ਰਹਿਮਤ ਸਦਕਾ ਕਾਰਜ ਪੂਰੇ ਹੋਏ ਹਨ। ਕੋਈ ਪੁੱਤਰ ਦੀ ਦਾਤ ਪਾ ਕੇ ਸ਼ੁਕਰਾਨੇ ਲਈ ਪੁੱਛਦਾ। ਕੋਈ ਕਹਿੰਦਾ ਕਿ ਤੁਹਾਡੀ ਮਿਹਰ ਸਦਕਾ ਦਲਿੱਦਰ ਮੁੱਕੇ ਹਨ। ਕੋਈ ਦਸਵੰਧ ਦੀਆਂ ਰਕਮਾਂ ਪਹੁੰਚਾ ਸੁਰਖਰੂ ਹੁੰਦਾ। ਕੋਈ ਨਾਮ ਦੀ ਜਾਚਨਾ ਕਰਦਾ। ਕਿਆ ਖੂਬ ਲਿਖਿਆ ਹੈ ਗੁਰੂ ਪ੍ਰਣਾਲੀ ਵਿੱਚ ਕਿ ਬੈਠ ਪੁਰ ਕਿਰਤ ਪ੍ਰਕਾਸ਼ੀ ਜਾਸੀ, ਕਾਬਲ ਕੰਧਾਰ ਗਜਨੀ ਤੇ ਆਵੇ ਸੰਗਤਾਂ। ਸਾਲ 17 ਮਾਸ 7 9 ਦਿਨ ਰਾਜ ਕੀਨੋ, ਜਾ ਕੇ ਦਰਬਾਰ ਦੇਸੇ ਨਾ ਹੀ ਕੋ ਮੰਗਤਾ। ਊਚ ਨੀਚ ਅਮੀਰ ਗਰੀਬ ਦਾ ਭੇਦ ਗੁਰੂ ਦੇ ਦਰਬਾਰ ਵਿੱਚ ਨਹੀਂ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਕੀਰਤਪੁਰ ਤਾਂ ਹਰ ਵੇਲੇ ਮੇਲਾ ਹੀ ਲੱਗਾ ਰਹਿੰਦਾ ਸੀ। ਸੰਨਿਆਸੀ ਤੇ ਬਰਅਗੀ ਦਿਗੰਬਰ ਤੱਕ ਟੁਰੇ ਆਉਂਦੇ ਸਨ। ਅਨੇਕਾਂ ਟਾਪੂਆਂ ਤੋਂ ਲੋਕ ਦਰਸ਼ਨਾਂ ਨੂੰ ਆਉਂਦੇ। ਅਨੇਕ ਟਾਪੂ ਆਦਿ ਤੇ ਨਾ ਰਾਵੇ। ਖਾਸ ਕਰਕੇ ਕਾਬਲ ਕੰਧਾਰ ਬਲਖ ਬੁਖਾਰਾਂ ਤੋਂ ਚੋਣਵੀਆਂ ਨਸਲਾਂ ਦੇ ਘੋੜੇ ਲੈ ਕੇ ਸਿੱਖ ਪੁੱਜਦੇ। ਲੋਕ ਜਵਾਨੀਆਂ ਭੇਟ ਕਰਦੇ। ਸਾਡੇ ਇਹ ਇਤਿਹਾਸ ਨੇ ਅਨੇਕਾਂ ਹੀ ਨਾਮ ਲਿਖੇ ਹਨ। ਭਾਈ ਚੋਪਾ ਸਿੰਘ ਉਹਨਾਂ ਵਿੱਚੋਂ ਇੱਕ ਸਨ। ਇਹ ਹੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਖਿਡਾਵੇ ਬਣੇ। ਭਾਈ ਚੋਪਾ ਸਿੰਘ ਦਾ ਲਿਖਿਆ ਰਹਿਤਨਾਮਾ ਪੰਥ ਵਿੱਚ ਪ੍ਰਮਾਣਿਕ ਹੈ। ਭਾਈ ਨੰਦ ਲਾਲ ਜੀ ਨੇ ਹੋਰ ਉਪਮਾ ਕਰਦੇ ਲਿਖਿਆ ਕਿ ਗੁਰੂ ਹਰ ਰਾਏ ਸੱਚ ਦੇ ਪਾਲਣਹਾਰ, ਸੱਚ ਦੇ ਧਾਰਨੀ, ਸੁਲਤਾਨ ਵੀ ਹਨ ਅਤੇ ਦਰਵੇਸ਼ ਵੀ। ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਭਾਈ ਨੰਦ ਲਾਲ ਜੀ ਨੇ ਇਹ ਵੀ ਲਿਖਿਆ ਕਿ ਗੁਰੂ ਹਰ ਰਾਏ ਆਮ ਖਾਸ ਦੇ ਸਹਾਈ ਹਨ ਅਤੇ ਕਮਜ਼ੋਰਾਂ ਤੇ ਨਿਆਸਰਿਆਂ ਦੀ ਯਾਰ ਹਨ। ਯਾਰ ਮੁਤਜਰਿਆ ਫਕੀਰਾਂ ਓਟ ਤੱਕੀ। ਆਪ ਜੀ ਦਾ ਜਸ ਇਤਨਾ ਫੈਲ ਗਿਆ ਸੀ ਕਿ ਪੰਜਾਬ ਦੇ ਫਕੀਰ ਟੋਲੀਆਂ ਬਣਾ ਕੇ ਆਉਂਦੇ। ਉਹ ਬੇਨਿਫਾ ਫਕੀਰ ਵੀ, ਜਿਨ੍ਹਾਂ ਦੀ ਕਿਧਰੋਂ ਤਸੱਲੀ ਨਹੀਂ ਸੀ ਹੁੰਦੀ, ਜਦ ਕੀਰਤਪੁਰ ਆਉਂਦੇ, ਦਰਸ਼ਨ ਪਾਉਂਦੇ ਤੇ ਬਚਨ ਸੁਣਦੇ ਤਾਂ ਤਸੱਲੀ ਦੇ ਘਰ ਜਾਂਦੇ।
ਸਿੱਖ ਇਤਿਹਾਸ ਨੇ ਜਿੱਥੇ ਅਨੇਕਾਂ ਹਿੰਦ ਦੇ ਫਕੀਰਾਂ ਦਾ ਆਉਣਾ ਲਿਖਿਆ ਹੈ, ਉੱਥੇ ਰੂਮ ਦੇ ਬਾਦਸ਼ਾਹ ਦਾ ਵਕੀਲ ਜੋ ਉਚੇਚਾ ਹਿੰਦੁਸਤਾਨ ਵਹਿਦਤ ਦੀ ਦੌਲਤ ਦਾ ਪਤਾ ਲਗਾਉਣ ਆਇਆ ਸੀ, ਸ਼ੋਭਾ ਸੁਣ ਕੇ ਕੀਰਤਪੁਰ ਆਇਆ। ਉਸ ਸਵਾਲ ਕੀਤਾ ਕਿ ਕੌਣ ਬਚਾਏਗਾ ਦੋਜ਼ਖ ਦੀ ਅੱਗ ਤੋਂ। ਗੁਰੂ ਪਾਤਸ਼ਾਹ ਨੇ ਕਿਹਾ, ਉੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ, ਆਪਣਾ ਸ੍ਰੇਸ਼ਟ ਸੁਭਾਅ ਅਤੇ ਸ਼ੁਭ ਕਰਮ ਹੀ ਕੰਮ ਆਉਣੇ ਹਨ। ਜੀਵਨ ਇਸੇ ਲਈ ਮਿਲਿਆ ਹੈ ਕਿ ਉਸ ਦਾ ਨਾਮ ਕਮਾਇਆ ਤੇ ਪਕਾਇਆ ਜਾਏ। ਸਿੱਖੀ ਸਿਧਾਂਤ ਦ੍ਰਿੜਾਉਂਦੇ ਗੁਰੂ ਅਰਜਨ ਜੀ ਦੀ ਤੁਕ ਸੁਣਾਈ, ਉਦਮ ਕਰੀਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੰਚ, ਧਿਆਈਦਾ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਰਾਜਿਆਂ ਦਾ ਹੰਕਾਰ ਭੰਨਿਆ। ਤਾਰਾ ਚੰਦ ਦਾ ਇੱਕ ਬੜਾ ਸੁਘੜ ਤੇ ਇਤਬਾਰੀ ਦੀਵਾਨ ਸੀ ਸੋਹਣ। ਤਾਰਾ ਚੰਦ ਤਾਂ ਗੁਰੂ ਘਰ ਦਾ ਇੱਕ ਸੇਵਕ ਹੀ ਬਣ ਗਿਆ ਸੀ। ਸ਼ਾਹਜਹਾਨ ਨੇ ਉਸ ਤੇ ਹੱਲਾ ਬੋਲਿਆ, ਹੱਲਾ ਨਾਕਾਮ ਗਿਆ। ਪਿੱਛੋਂ ਛੇਤੀ ਹੀ ਤਾਰਾ ਚੰਦ ਗੁਜ਼ਰ ਗਿਆ। ਦੀਪ ਚੰਦ ਨੇ ਗੁਰੂ ਘਰ ਨਾਲ ਅੜ ਖੋਲ੍ਹਣ ਦੀ ਨੀਤੀ ਦਿੱਲੀ ਦੇ ਸ਼ਾਹ ਦੇ ਕਹਿਣ ਤੇ ਅਪਣਾਉਣੀ ਚਾਹੀ ਤਾਂ ਸੋਹਣ ਨੂੰ ਦੀਵਾਨ ਦੀ ਪਦਵੀ ਤੋਂ ਹਟਾ ਦਿੱਤਾ ਅਤੇ ਸੋਹਣ ਗੁਰੂ ਸ਼ਰਨ ਕੀਰਤਪੁਰ ਆ ਗਿਆ। ਚੜ੍ਹਦੀ ਜਵਾਨੀ ਦੇ ਮੱਧ ਵਿੱਚ ਦੀਪ ਚੰਦ ਕਈ ਹੋਰ ਰਾਜਿਆਂ ਨੂੰ ਨਾਲ ਲੈ ਕੇ ਮੰਦ ਭਾਵਨਾ ਨਾਲ ਕੀਰਤਪੁਰ ਆਇਆ। ਦਰਬਾਰ ਦੀ ਦੱਖ ਚਾਂਦੀ ਦੇ ਹੁੱਦੇ ਨਾਲ ਸਜੇ ਹਾਥੀ ਨੂੰ ਝੂਮਦੇ 2200 ਸਵਾਰਾਂ ਨੂੰ ਸਨਦ ਬੱਧ ਗੁਰੂ ਹਜੂਰ ਹਾਜ਼ਰੀ ਭਰਦੇ ਨੌਬਤ ਦੀਵਾਰ ਤੇ ਵੱਜਦੀ ਅਤੇ ਸੰਗਤਾਂ ਦੀ ਅਪਾਰ ਸ਼ਰਧਾ ਤੇ ਗੁਰੂ ਦੀ ਅਦੁੱਤੀ ਸ਼ਖਸੀਅਤ ਦੇ ਪ੍ਰਭਾਵ ਨੂੰ ਦੇਖ ਕੇ ਰਾਜਾ ਕੁਝ ਬੋਲ ਨਾ ਸਕਿਆ। ਅੱਗੋਂ ਗੁਰੂ ਜੀ ਨੇ ਤਾਰਾ ਚੰਦ ਦਾ ਬੇਟਾ ਜਾਣ ਅਜਿਹਾ ਆਦਰ ਭਾਵ ਦਿੱਤਾ ਕਿ ਉਸ ਅਤੇ ਹੋਰਨਾਂ ਨੇ ਗੁਰੂ ਜੀ ਦੀ ਅਜ਼ਮਤ ਅੱਗੇ ਸਿਰ ਝੁਕਾਇਆ। ਹੁੰਦੇ ਤਾਣ ਹੋਏ ਨਿਤਾਣਾ ਦੀ ਜਾਗਤ ਮੂਰਤ ਉਹਨਾਂ ਗੁਰੂ ਹਰ ਰਾਏ ਵਿੱਚ ਵੇਖੀ। ਗੁਰੂ ਸਾਹਿਬ ਨੇ ਸੁਭਾਵਿਕ ਹੀ ਕਿਹਾ ਕਿ ਸੁਣਿਆ ਹੈ ਕਿ ਪਹਾੜੀਆਂ ਕੋਲ ਬੜੇ ਤਗੜੇ ਮੱਲ ਪਹਿਲਵਾਨ ਹਨ, ਜਰਾ ਸਿੱਖਾਂ ਨਾਲ ਕੁਸ਼ਤੀ ਵੀ ਹੋ ਜਾਏ। ਮਹਾਰਾਜ ਨੇ 2 ਸਿੱਖਾਂ ਨੂੰ ਥਾਪੜਾ ਦੇ ਕੇ ਜਦ ਅਖਾੜੇ ਵਿੱਚ ਉਤਾਰਿਆ ਤਾਂ ਪਹਿਲੇ ਹੀ ਦਾ ਰਾਜਿਆਂ ਦੇ ਪਾਲਤੂ ਪਹਿਲਵਾਨ 2 ਸ਼ਾਨੋ ਚਿੱਤ ਗਿਰ ਗਏ। ਬੜੀ ਲੱਜਾ ਆਈ ਰਾਜਿਆਂ ਨੂੰ ਤੇ ਚਰਨੀ ਢੱਠੇ। ਰਾਜਿਆਂ ਨੂੰ ਉਪਦੇਸ਼। ਮਹਾਰਾਜ ਨੇ ਜੋ ਉਪਦੇਸ਼ ਉਸੇ ਸਮੇਂ ਰਾਜਿਆਂ ਨੂੰ ਦਿੱਤਾ, ਮਕਾਲਫ ਨੇ ਵਿਸਥਾਰ ਨਾਲ ਲਿਖਿਆ ਹੈ। ਉਪਦੇਸ਼ ਦਾ ਸਾਰ ਸੀ, ਰਾਜਾ ਹੋ ਕੇ ਕਿਸੇ ਨੂੰ ਰੋਹਬ ਨਾ ਦਿਖਾਓ, ਪਰਜਾ ਤੇ ਜ਼ੁਲਮ ਢਾਉਣਾ ਕਿਸੇ ਰਾਜੇ ਨੂੰ ਫਾਪਦਾ ਨਹੀਂ, ਸੱਤਾ ਪਾ ਕੇ ਆਫਰ ਨਾ ਫਿਰੋ, ਪ੍ਰਭੂ ਦੇ ਗੁੱਸੇ ਤੋਂ ਡਰੋ। ਰਾਜੇ ਦਾ ਵਿਲਾਸੀ ਹੋਣਾ ਰਾਜ ਦੀ ਤਬਾਹੀ ਦਾ ਕਾਰਨ ਬਣਦਾ ਹੈ। ਜਤ ਰੱਖੋ, ਆਪਣੀ ਸ਼ਕਤੀ ਨੂੰ ਭੋਗਾਂ ਵਿਲਾਸਾਂ ਵਿੱਚ ਪੈ ਕੇ ਨਸ਼ਟ ਨਾ ਕਰੋ। ਰਾਤ ਨੂੰ ਸੌਣ ਵੇਲੇ ਮਹਿਲਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਹਰਮਾਂ ਵਿੱਚ ਹੀ ਇਸੇ ਤਰ੍ਹਾਂ ਅਵੇਸਲੇ ਨਾ ਸੁੱਤੇ ਰਹੋ ਕਿ ਕਿਸੇ ਦੁਖੀ ਦੀਨ ਦੀ ਆਵਾਜ਼ ਹੀ ਕੰਨੀ ਨਾ ਪਵੇ। ਰਾਜ ਦੀ ਜੜ ਪਰਜਾ ਹੈ। ਰਾਜੇ ਤਾਂ ਸ਼ਾਖਾਂ ਹਨ, ਕਦੇ ਕਿਸੇ ਜੜ ਤੇ ਕੁਲਾੜਾ ਨਹੀਂ ਚਲਾਇਆ। ਕੋਈ ਵੀ ਬਾਦਸ਼ਾਹ ਜੋ ਪਰਜਾ ਨੂੰ ਦੁਖੀ ਕਰਦਾ ਹੈ ਤੇ ਰੱਖਦਾ ਹੈ, ਉਹ ਮਾਨੋ ਆਪਣੇ ਰਾਜ ਨੂੰ ਕੁਹਾੜੇ ਨਾਲ ਵੜਦਾ ਹੈ। ਰਾਜ ਦੀ ਆਮਦਨ ਨੂੰ ਆਪਣੇ ਤੇ ਖਰਚ ਨਾ ਕਰੀ ਜਾਓ, ਲੋਕ ਭਲਾਈ ਦੇ ਕਾਰਜਾਂ ਵਿੱਚ ਵਰਤੋ। ਖੂਹ, ਤਾਲ, ਪੁਲ ਤੇ ਪਾਠਸ਼ਾਲਾ ਬਣਾਓ। ਧਰਮ ਦੀ ਤਾਲੀਮ ਲਈ ਉਚੇਚੇ ਉਪਾਅ ਕਰੋ। ਰਾਜਿਆਂ ਨੇ ਸਿਰ ਨਿਵਾਇਆ ਅਤੇ ਹੋਰ ਸ਼ਰਧਾਵਾਨ ਹੋ ਮੁੜੇ। ਭਾਈ ਭਗਤੂ ਦੀ ਵੰਸ਼ ਇੱਕ ਐਸੀ ਵੰਸ਼ ਹੈ ਜਿਸ ਦੇ ਮੁਖੀ ਬਾਬਾ ਆਦਮ ਨੇ ਗੁਰੂ ਰਾਮਦਾਸ ਜੀ ਦੇ ਚਰਨ ਪਰਸ ਸਿੱਖੀ ਦੀ ਦਾਤ ਹਾਸਲ ਕੀਤੀ ਅਤੇ ਗੁਰੂ ਅਰਜਨ ਜੀ ਦੀ ਸੇਵਾ ਕਰ ਵਡੇਰੀ ਉਮਰੇ ਪੁੱਤਰ ਦੀ ਦਾਤ ਪਾਈ ਸੀ, ਜੋ ਭਗਤੀ ਦੀ ਮੂਰਤ ਹੋਣ ਕਾਰਨ ਭਗਤੂ ਹੀ ਕਹਿਲਾਇਆ। ਅੰਮ੍ਰਿਤਸਰ ਦੀ ਉਸਾਰੀ ਹੋਣ ਵੇਲੇ ਇਹਨਾਂ ਬੜੀ ਸੇਵਾ ਕੀਤੀ। ਮਾਲਵਾ ਦੇਸ਼ ਵਿੱਚ ਨਾਮ ਦਾ ਚਾਨਣ ਕਈ ਭਟਕਦੀਆਂ ਰੂਹਾਂ ਨੂੰ ਦਿੱਤਾ। ਗੁਰੂ ਹਰਗੋਬਿੰਦ ਜੀ ਪਾਸ ਟਿਕ ਕੇ ਅਥਾਹ ਸੇਵਾ ਕੀਤੀ। ਕੀਰਤਪੁਰ ਵਸ ਜਾਣ ਤੇ ਆਪ ਜੀ ਕੀਰਤਪੁਰ ਹੀ ਆ ਗਏ। ਕੀਰਤਪੁਰ ਦੀ ਉਸਾਰੀ ਉਹਨਾਂ ਨੇ ਹੱਥੀਂ ਕਰਵਾਈ। ਗੁਰੂ ਹਰ ਰਾਏ ਜੀ ਸਮੇਂ ਤਾਂ ਉਸਾਰੀ ਉਹਨਾਂ ਦੀ ਹੀ ਨਿਗਰਾਨੀ ਹੇਠ ਹੁੰਦੀ ਸੀ। ਗੁਰੂ ਹਰ ਰਾਏ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੁਸੀਂ ਹੁਣ ਇਲਾਕੇ ਵਿੱਚ ਜਾ ਕੇ ਸੇਵਾ ਕਰੋ, ਲੰਗਰ ਚਲਾਵੋ, ਕਦੇ ਅਹੰਕਾਰ ਨਹੀਂ ਕਰਨਾ ਤੇ ਨਾ ਹੀ ਆਪਾ ਜਨਾਉਣਾ, ਮੇਰਾ ਰੂਪ ਜਾਣ ਹੀ ਹਰ ਇੱਕ ਦੀ ਸੇਵਾ ਕਰਨੀ। ਭਾਈ ਭਗਤੂ ਜੀ ਇਤਨੀ ਸ਼ਕਤੀ ਦੇ ਮਾਲਕ ਹੋ ਗਏ ਸਨ ਕਿ ਇੱਕ ਵਾਰੀ ਖੂਹ ਕਿਨਾਰੇ ਬੈਠੇ ਸਨ ਕਿ ਨਾਲ ਪੈਲੀਆਂ ਵਿੱਚ ਫਸਲਾਂ ਨੂੰ ਪਾਣੀ ਖੂਨੋਂ ਸੁੱਕਦੀਆਂ ਦੇਖ ਪਰਉਪਕਾਰ ਕਰਨ ਦਾ ਸੰਕਲਪ ਕਰ ਬੈਠੇ। ਖੂਹ ਦਾ ਜਲ ਹੀ ਉਛਲ ਬਾਹਰ ਆ ਗਿਆ ਅਤੇ ਖੇਤੀ ਹਰੀ ਭਰੀ ਹੋ ਗਈ। ਇਹਨਾਂ ਦੇ 2 ਪੁੱਤਰ ਭਾਈ ਗੋਰਾ ਅਤੇ ਭਾਈ ਜੀਵਨ ਪਰਉਪਕਾਰੀ ਹੋਏ। ਭਗਤੂ ਜੀ ਦੀ ਉਮਰ ਵਡੇਰੀ ਹੋ ਗਈ ਸੀ ਅਤੇ ਆਪ ਜੀ ਗੁਰੂ ਹਰ ਰਾਏ ਪਾਸ ਹੀ ਆ ਗਏ ਸਨ। ਧਰਮ ਪਤਨੀ ਗੁਜ਼ਰ ਗਈ ਸੀ। ਗੁਰੂ ਜੀ ਜਦ ਕਰਤਾਰਪੁਰ ਸਨ ਤਾਂ ਆਪ ਜੀ ਦੀ ਸਿਹਤ ਬਹੁਤ ਢਿੱਲੀ ਹੋ ਗਈ।
ਗੁਰੂ ਜੀ ਨੇ ਸੁਭਾਵਿਕ ਕਿਹਾ ਕਿ ਇਸ ਸਮੇਂ ਸੇਵਾ ਲਈ ਧਰਮ ਪਤਨੀ ਬਹੁਤ ਸਹਾਇਕ ਹੁੰਦੀ ਹੈ, ਵਿਆਹ ਕਿਉਂ ਨਹੀਂ ਕਰਾ ਲੈਂਦੇ। ਆਪ ਜੀ ਨੇ ਵਾਕ ਪੱਲੇ ਬੰਨ੍ਹ ਲਿਆ ਤੇ ਸ਼ਾਦੀ ਕਰ ਲਈ। ਥੋੜੇ ਚਿਰ ਬਾਅਦ ਆਪ ਦਾ ਅਕਾਲ ਚਲਾਣਾ ਹੋ ਗਿਆ। ਭਗਤੂ ਜੀ ਦਾ ਸੰਸਕਾਰ ਗੁਰੂ ਹਰ ਰਾਏ ਜੀ ਨੇ ਬੜੇ ਹੀ ਆਦਰ ਨਾਲ ਕਰਤਾਰਪੁਰ ਵਿਖੇ ਆਪਣੇ ਹੱਥੀਂ ਕੀਤਾ। ਕਿਸੇ ਜਦ ਪੁੱਛਿਆ ਕਿ ਭਗਤੂ ਦੇ ਪੁੱਤਰਾਂ ਦੇ ਹੁੰਦਿਆਂ ਤੁਸੀਂ ਐਸਾ ਕਿਉਂ ਕਰ ਰਹੇ ਹੋ, ਤਾਂ ਆਪ ਜੀ ਨੇ ਵਚਨ ਕੀਤੇ ਸਨ, ਭਗਤੂ ਗੁਰੂ ਕਾ ਬੇਟਾ ਹੀ ਹੈ। ਕਵੀ ਸੰਤੋਖ ਸਿੰਘ ਨੇ ਭਾਈ ਜੀ ਦੀ ਬੰਸਾਵਲੀ ਲਿਖਦੇ ਬਹੁਤ ਹੀ ਉਪਮਾ ਕੀਤੀ ਹੈ। ਉਹਨਾਂ ਦੇ ਸ਼ਬਦ ਹਨ, ਰਾਜੀ ਹੈ ਰਜਾਏ में रिजाए हर खाए और पायो मान पायो वार ज्ञानवान मत की सगल जगत में विदत दिन परत अत किरत भगत भाई भगतू भगत की। ਇਹਨਾਂ ਦਾ ਵੱਡਾ ਪੁੱਤਰ ਭਾਈ ਗੋਰਾ ਨਾਂ ਦਾ ਹੀ ਭਾਰਾ ਨਹੀਂ ਸੀ, ਸਗੋਂ ਵੱਡਾ ਯੋਧਾ ਸੀ। 300 ਸਵਾਰ ਸਦਾ ਪਾਸ ਰੱਖਦਾ, ਦੇਗ ਤੇਗ ਦਾ ਧਣੀ ਅਤੇ ਬਚਨਾਂ ਦਾ ਪੂਰਾ ਸੂਰਮਾ ਸੀ। ਲੋਕੀ ਵੀ ਉਸ ਦਾ ਬੜਾ ਮਾਣ ਕਰਦੇ। ਮਾਨਤ ਲਾਖੋ ਲੋਕ ਉਜਾਗਰ। ਗੁਰੂ ਹਰ ਰਾਏ ਜੀ ਦੇ ਅੰਗ ਸੰਗ ਰਹਿ ਕੇ ਗੋਰਾ ਪਿਤਾ ਪਿੱਛੋਂ ਸੇਵਾ ਕਰਨ ਲੱਗਾ। ਭਾਈ ਭਗਤੂ ਜੀ ਦੇ ਅਕਾਲ ਚਲਾਣੇ ਉਪਰੰਤ ਗੋਰਾ ਜੀ ਪਿਛਲੇਰੀ ਉਮਰ ਵਿਆਹੀ ਭਗਤੂ ਜੀ ਦੀ ਧਰਮ ਪਤਨੀ ਨੂੰ ਮਾਂ ਵਾਂਗ ਹੀ ਸਤਿਕਾਰ ਦਿੰਦੇ ਸਨ। ਉਮਰ ਬੇਸ਼ੱਕ ਉਸ ਦੀ ਛੋਟੀ ਸੀ। ਗੁਰੂ ਹਰ ਰਾਏ ਜੀ ਦੀ ਅਰਦਲ ਵਿੱਚ ਰਹਿਣ ਵਾਲੇ ਸਿੱਖ ਭਾਈ ਜੱਸਾ ਜੀ ਇਹ ਜਾਣ ਕਿ ਸਿੱਖਾਂ ਵਿੱਚ ਵਿਧਵਾ ਵਿਆਹ ਦੀ ਕੋਈ ਮਨਾਹੀ ਨਹੀਂ, ਵਿਆਹ ਦੀ ਤਜਵੀਜ਼ ਭਗਤੂ ਦੀ ਪਤਨੀ ਅੱਗੇ ਰੱਖ ਬੈਠੇ। ਗੋਰਾ ਨੂੰ ਅਜਿਹਾ ਰੋਹ ਚੜਿਆ ਕਿ ਉਸਨੇ ਜੱਸਾ ਨੂੰ ਕਤਲ ਕਰ ਦਿੱਤਾ। ਗੁਰੂ ਹਰ ਰਾਏ ਜੀ ਨੂੰ ਜਦ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਹਨਾਂ ਗੋਰਾ ਜੀ ਨੂੰ ਕੀਤੇ ਦੀ ਸਜ਼ਾ ਅਵੱਸ਼ ਮਿਲਣ ਦਾ ਹੁਕਮ ਦਿੱਤਾ। ਗੋਰਾ ਦੀ ਇਤਨੀ ਜੁਰਤ ਕਿ ਗੁਰੂ ਹਰ ਰਾਏ ਜੀ ਦੇ ਚੌਰ ਬਰਦਾਰ ਨੂੰ ਜਾਨੋਂ ਹੀ ਮਾਰ ਦੇਵੇ। ਗੁੱਸੇ ਵਿੱਚ ਗੋਰਾ ਕਾਰਾ ਤਾਂ ਕਰ ਬੈਠਾ, ਪਰ ਪਛਤਾਇਆ ਬੜਾ। ਗੁਰੂ ਜੀ ਦੇ ਸਾਹਮਣੇ ਨਾ ਆਇਆ। ਪਛਤਾਵੇ ਦੀ ਅੱਗ ਅਤੇ ਖੇਮਾ ਦੇ ਘਰ ਹਰ ਸਮੇਂ ਰਹੇ। ਹੋਰ ਸੇਵਾ ਵਿੱਚ ਜੁਟ ਗਿਆ। ਜਿੱਥੇ ਵੀ ਗੁਰੂ ਜੀ ਦਾ ਜਾਣਾ ਹੋਵੇ ਕੁਝ ਵਾਟ ਪਿੱਛੇ ਰਹਿ ਕੇ ਰਾਖੀ ਕਰੇ, ਘੋੜਿਆਂ ਦੀ ਸੇਵਾ ਕਰੇ। ਜਦ ਗੁਰੂ ਹਰ ਰਾਏ ਜੀ ਦੁਆਬੇ ਦੀਆਂ ਸੰਗਤਾਂ ਨੂੰ ਤਾਰ ਰਹੇ ਸਨ ਤਾਂ ਗੁਰੂ ਮਹਿਲ ਅਤੇ ਸਾਹਿਬਜ਼ਾਦਿਆਂ ਦੇ ਕੈਂਪ ਨੂੰ ਸੁਣਨਾ ਜਾਣ ਮੁਸਲਿਮ ਖਾਨ ਦੇ ਪੋਤਰੇ ਕਾਸਿਮ ਬੇਗ ਨੇ ਹੱਲਾ ਬੋਲ ਦਿੱਤਾ। ਭਾਈ ਗੋਰਾ ਨੇ ਵਾਚਿਆ ਕਿ ਇਹ ਹੀ ਮੌਕਾ ਹੈ ਧਰਮ ਹਿੱਤ ਕੱਟ ਮਰਨ ਦਾ। ਐਸਾ ਮੋੜਵਾਂ ਹਮਲਾ ਭਾਈ ਗੋਰਾ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਕਿ ਫੌਜ ਭੱਜ ਨੱਠ ਗਈ। ਗੁਰੂ ਜੀ ਦੇ ਘਰੋਂ ਮਾਤਾ ਸੁਲੱਖਣੀ ਜੀ ਨੇ ਸਾਰੀ ਜੰਗ ਅੱਖੀ ਦੇਖੀ ਸੀ ਕਿ ਕਿਵੇਂ ਗੋਰੇ ਨੇ ਜਾਨ ਤੇ ਖੇਡ ਕੇ ਹੱਲਾ ਰੋਕਿਆ। ਗੁਰੂ ਜੀ ਨੂੰ ਜਦ ਖਬਰ ਪੁੱਜੀ ਤਾਂ ਉਹਨਾਂ ਖੇਮਾ ਬਖਸ਼ੀ, ਭਾਵੇਂ ਗੋਰਾ ਕਹਿੰਦਾ ਹੀ ਰਿਹਾ ਕਿ ਉਸ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਗੁਰੂ ਦਾ ਵਾਕ ਸੱਤ ਹੋਵੇ। ਭਾਈ ਗੋਰਾ ਜੀ ਦੀ ਉਪਮਾ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਤਿੰਨ ਕੋ ਤਨੁਜ ਗੋਰਾ ਬੀਰਨ में ਵੀਰ ਗੋਰਾ ਤੇਜ ਤੁਰਕਾਨ ਤੋਰਾ ਦਲ ਮੋਰਾ ਮਾਰ ਕੇ ਜੰਗ ਮਹਿ ਨਿਸੰਗ ਵੀਰ ਰੰਗ में ਸੁਰੰਗ ਭਇਓ ਬਹੁ ਕਰਵਾਰ ਕੋ ਪ੍ਰਚਾਰ ਕੇ ਪੋਰਖ ਸੰਭਾਰ ਕੇ ਸੰਘਾਰ ਕੇ ਸਮੂਹ ਸਤਰ ਹੋਇਓ ਰਖਵਾਰ ਸੰਗ ਗੁਰੂ ਪਰਿਵਾਰ ਕੇ। ਭਾਈ ਭਗਤੂ ਦੇ ਦੂਜੇ ਪੁੱਤਰ ਜੀਵਨ ਨੇ ਗੁਰੂ ਦੇ ਬਚਨਾਂ ਤੋਂ ਜਾਨ ਵਾਰ ਦਿੱਤੀ। ਭਾਈ ਜੀਵਨ ਨਿੱਤ ਪਰਉਪਕਾਰ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਕਾਰਨ ਜੀਵਨ ਪਰਉਪਕਾਰੀ ਕਰਕੇ ਹੀ ਪ੍ਰਸਿੱਧ ਸਨ। ਗੁਰੂ ਹਰ ਰਾਏ ਜੀ ਜਦ ਕਰਤਾਰਪੁਰ ਆਏ ਤਾਂ ਧੀਰਮਲ ਨੇ ਬੜਾ ਕੋਝਾ ਪ੍ਰਚਾਰ ਕੀਤਾ ਤੇ ਲੋਕਾਂ ਵਿੱਚ ਗੁਰੂ ਜੀ ਦੀ ਅਜ਼ਮਤ ਘਟਾਉਣ ਲਈ ਕਈਆਂ ਨੂੰ ਚੁੱਕਿਆ। ਪਰ ਜਦ ਕੋਈ ਵਾਰ ਵੀ ਸਫਲ ਨਾ ਹੋਇਆ ਤਾਂ ਇੱਕ ਬ੍ਰਾਹਮਣ ਦੇ ਪੁੱਤਰ ਦੀ ਮੌਤ ਹੋ ਜਾਣ ਵੇਲੇ ਉਸ ਨੂੰ ਚੁੱਕਿਆ ਕਿ ਇਸ ਸ਼ਹਿਰ ਵਿੱਚ ਗੁਰੂ ਹਰ ਰਾਏ ਜੀ ਆਏ ਹੋਏ ਹਨ, ਉਹਨਾਂ ਸਭ ਨੂੰ ਜੀਵਨ ਦਾਨ ਦਿੱਤਾ ਹੈ, ਤੇਰੇ ਪੁੱਤਰ ਵੀ ਜਿਵਾਲ ਦੇਣਗੇ। ਧੀਰਮਲ ਦਾ ਦੋ ਤਰਫਾ ਹਮਲਾ ਸੀ ਕਿ ਜੇ ਨਾ ਕਰਨਗੇ ਤਾਂ ਇਹ ਆਖਾਂਗਾ ਕਿ ਕਰਾਮਾਤ ਦੀ ਸ਼ਕਤੀ ਕੋਈ ਨਹੀਂ, ਅਤੇ ਜੇ ਦਇਆ ਦ੍ਰਿਸ਼ਟੀ ਕਰਕੇ ਜਵਾਲ ਦੇਣਗੇ ਤਾਂ ਕਹਾਂਗਾ ਗੁਰੂ ਹੁਕਮ ਟਾਲਦੇ ਫਿਰਦੇ ਹਨ, ਜਰ ਨਹੀਂ ਸਕੇ। ਜਦ ਬ੍ਰਾਹਮਣ ਆਪਣੇ ਪੁੱਤਰ ਦੀ ਲਾਸ਼ ਗੁਰੂ ਦਰਬਾਰ ਹੀ ਚੁੱਕ ਲਿਆਇਆ ਤਾਂ ਮਹਾਰਾਜ ਨੇ ਸਮਝਾਇਆ ਕਿ ਹਰੀ ਦੇ ਸੇਵਕਾਂ ਨੂੰ ਉਸ ਦੀ ਰਜਾ ਹੀ ਸੋਭਦੀ ਹੈ। ਜੋ ਹੋਵਤ ਸੋ ਪ੍ਰਭੂ ਰਜਾਏ ਉਪਜਨ ਬਿਨਸਨ ਪ੍ਰਾਣੀਆਂ ਨਾਲ ਹੈ। ਬ੍ਰਾਹਮਣ ਅਤੇ ਉਸ ਦੀ ਘਰਵਾਲੀ ਦੀ ਦੀਨ ਦਸ਼ਾ ਦੇਖ ਸੰਗਤ ਵੀ ਅਰਜ਼ੋਈ ਕਰਨ ਲੱਗੀ ਤਾਂ ਮਹਾਰਾਜ ਨੇ ਬਚਨ ਕੀਤਾ ਕਿ ਜੋ ਬ੍ਰਾਹਮਣ ਨਾਲ ਇਤਨੀ ਹਮਦਰਦੀ ਦੱਸਦੇ ਹੋ ਤਾਂ ਇਸ ਦੇ ਬਦਲੇ ਕੋਈ ਆਪਣੀ ਜਾਨ ਦੇਵੇ। ਇਤਨਾ ਸੁਣਨਾ ਸੀ ਕਿ ਬਹੁਤਾ ਬੋਲਣ ਵਾਲੇ ਤਾਂ ਚੁੱਪ ਕਰ ਬੈਠੇ। ਦੂਜੀ ਵਾਰੀ ਜਦ ਬਚਨ ਕੀਤਾ ਕਿ ਹੁਣ ਪਰਉਪਕਾਰ ਲਈ ਕੋਈ ਉੱਠੇ, ਭਾਈ ਭਗਤੂ ਜੀ ਦੇ ਪੁੱਤਰ ਜੀਵਨ ਜੀ ਦੁਬਾਰਾ ਬਚਨ ਸੁਣ ਕੇ
ਅਸ਼ੋਪਲੇ ਜਿਹੇ ਸੰਗਤ ਤੋਂ ਉੱਠ ਕੇ ਬਾਹਰ ਖੂਹ ਤੇ ਚਲੇ ਗਏ ਅਤੇ ਲੰਮੀ ਤਾਣ ਚਾਦਰ ਉੱਪਰ ਲੈ ਪ੍ਰਾਣ ਚੜਾ ਗਏ। ਇਧਰੋਂ ਇਸੇ ਬ੍ਰਾਹਮਣ ਦੇ ਪੁੱਤਰ ਨੂੰ ਹੋਸ਼ ਆ ਗਈ। ਗੁਰੂ ਹਰਿਰਾਏ ਜੀ ਨੇ ਜੀਵਨ ਦੇ ਪਰਉਪਕਾਰ ਹਿੱਤ ਜਾਨ ਵਾਰਨ ਦੀ ਉਪਮਾ ਕਰਦਿਆਂ ਵਰ ਦਿੱਤਾ ਕਿ ਇਸ ਦੀ ਵੰਸ਼ ਵਧੇਗੀ ਅਤੇ ਰਾਜ ਕਮਾਏਗੀ। ਉਸ ਦੇ ਬੇਟੇ ਦਾ ਨਾਂ ਵੀ ਆਪ ਜੀ ਨੇ ਸੰਤ ਦਾਸ ਰੱਖਿਆ। ਭਾਈ ਭਗਤੂ ਜੀ ਦੀ ਕਰਨੀ ਨੂੰ ਦੇਖ ਕੇ ਹੀ ਸੰਗਤ ਵਰਗੇ ਭਾਈ ਫੇਰੂ ਬਣੇ, ਜਿਨ੍ਹਾਂ ਦੀ ਬਖਸ਼ ਨੇ ਸਿੱਖੀ ਨੂੰ ਟਾਪੂਆਂ ਤੱਕ ਪਹੁੰਚਾਇਆ। ਦਾਰਾ ਬਿਮਾਰ ਤੇ ਸ਼ਾਹਜਹਾਨ ਨੇ ਸ਼ਰਨ ਤੱਕੀ। ਸ਼ਾਹਜਹਾਨ ਦੇ ਵੱਡੇ ਪੁੱਤਰ ਦਾ ਨਾਮ ਦਾਰਾ ਸ਼ਿਕੋ ਸੀ। ਉਹ ਬਾਪ ਦਾ ਚਹੇਤਾ ਬੇਟਾ ਸੀ। ਉਸ ਦਾ ਜਨਮ 20 ਮਾਰਚ 1615 ਨੂੰ ਅਰਜਮੰਦ ਬਾਨੋ, ਜੋ ਪਿੱਛੋਂ ਮੁਮਤਾਜ਼ ਮਹਿਲ ਕਹਿਲਾਈ ਅਤੇ ਜਿਸ ਦੀ ਯਾਦ ਵਿੱਚ ਸ਼ਾਹਜਹਾਨ ਨੇ ਤਾਜ ਮਹਿਲ ਵੀ ਉਸਾਰਿਆ, ਦੀ ਕੁੱਖੋਂ ਹੋਇਆ ਸੀ। ਉਸ ਨੂੰ ਗੁਲੇ ਅਵਲੀਨ ਗੁਲਸਤਾਨ ਸ਼ਾਹੀ ਭਾਵ ਸ਼ਾਹ ਦੇ ਬਾਗ ਦਾ ਪਹਿਲਾ ਖਿੜਿਆ ਫੁੱਲ ਆਖਿਆ ਗਿਆ। ਉਸ ਦੀ ਸ਼ਾਦੀ ਆਪਣੇ ਹੀ ਚਾਚੇ ਸੁਲਤਾਨ ਪਰਵੇਜ਼ ਦੀ ਪੁੱਤਰੀ ਨਾਦਿਰਾ ਨਾਲ ਹੋਈ ਸੀ। ਬਚਪਨ ਤੋਂ ਹੀ ਦਾਰਾ ਤੇ ਸੂਫੀਆਂ ਦਾ ਪ੍ਰਭਾਵ ਪੈ ਗਿਆ ਸੀ ਅਤੇ ਉਹ ਸ਼ਰਅ ਦੀ ਪਾਬੰਦੀ ਨੂੰ ਕੈਦ ਗਿਣਦਾ ਸੀ। ਸਭ ਤੋਂ ਪਹਿਲਾਂ ਕਿਤਾਬ ਉਸਨੇ ਸਨੀਫਤ ਉਲ ਔਲਿਆ ਲਿਖੀ, ਜਿਸ ਵਿੱਚ ਉਸਨੇ ਹਜ਼ਰਤ ਮੁਹੰਮਦ ਸਾਹਿਬ ਦੇ ਖਾਨਦਾਨ ਅਤੇ ਸਾਥੀਆਂ ਤੇ ਕਾਦਰੀ, ਚਿਸ਼ਤੀ, ਕਰਵਿਆਂ, ਸੋਹਰਵਰਦੀ ਅਤੇ ਹੋਰ ਫਕੀਰਾਂ, ਦਰਵੇਸ਼ਾਂ, ਖਵਾਜਿਆਂ ਤੇ ਪੂਜੀਆਂ ਖਤੂਨਾਂ ਬਾਰੇ 408 ਦੇ ਕਰੀਬ ਜੀਵਨੀਆਂ ਲਿਖੀਆਂ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਜ਼ਾਦਾ ਹੁੰਦੇ ਹੋਏ ਵੀ ਉਹ ਕਿਤਨਾ ਇਲਮ, ਦੌਲਤ ਤੇ ਵਿਦਿਆ ਦਾ ਚਾਹਵਾਨ ਸੀ। ਦਾਰਾ ਸ਼ਿਕੋ ਸਰਮੰਦ ਦਾ ਰਾਜਦਾਨ, ਮੀਆਂ ਮੀਰ ਜੀ ਦਾ ਪਿਆਰਾ, ਮੁੱਲਾ ਸ਼ਾਹ ਕਾਦਰੀ ਦਾ ਮੁਰੀਦ ਅਤੇ ਸ਼ਰਧਾਵਾਨ ਸੀ। ਇਹ ਠੀਕ ਹੈ ਕਿ ਉਸ ਨੂੰ ਰਾਜ ਦੀ ਤੜਕ ਭੜਕ ਨਾਲੋਂ ਦਰਵੇਸ਼ੀ ਅਜੀਜ਼ ਸੀ। ਉਹ ਆਲਮ ਵੀ ਸੀ ਅਤੇ ਆਮਲ ਵੀ, ਫਲਸਫੀ ਵੀ ਸੀ ਅਤੇ ਮਦੱਬਰ ਵੀ, ਅਹਿਲੇ ਦਿਲ ਵੀ ਸੀ ਅਤੇ ਅਹਿਲੇ ਨਜ਼ਰ ਵੀ। ਦਾਰਾ ਦੇ ਮਰਨ ਤੇ ਸਰਮਦ ਨੇ ਖੂਬ ਲਿਖਿਆ ਹੈ ਕਿ ਉਸ ਨੇ ਮਹਿਬੂਬ ਹਕੀਕੀ ਦੀ ਰਜ਼ਾ ਤੇ ਸਿਰ ਵਾਰ ਦਿੱਤਾ ਹੈ। ਉਹਨਾਂ ਲੋਕਾਂ ਤੋਂ ਦੂਰ ਚਲਾ ਗਿਆ ਜੋ ਨਿਮਕ ਭਰ ਜ਼ਿੰਦਗੀ ਲਈ ਅੱਲਾ ਦਾ ਲੜ ਹੀ ਛੱਡ ਦਿੰਦੇ ਹਨ। ਉਸਨੇ ਇੱਕ ਹੋਰ ਪੁਸਤਕ ਮਜਮਾ ਉਲ ਬਹਿਰੀਨ, ਦੋਵੇਂ ਸਾਗਰਾਂ ਦਾ ਸੁਮੇਲ ਲਿਖੀ, ਜਿਸ ਵਿੱਚ ਦਾਰਾ ਨੇ ਹਿੰਦੁਸਤਾਨੀ ਫਲਸਫੇ ਨੂੰ ਇਸਲਾਮ ਦੀ ਤਾਲੀਮ ਨਾਲ ਮੇਲ ਕਰਾਉਣ ਦਾ ਉਪਰਾਲਾ ਕੀਤਾ। ਕੁਰਾਨ ਦੀਆਂ ਆਇਤਾਂ ਲਿਖ ਕੇ ਸਾਂਝੀ ਵਿਦਿਆ ਨੂੰ ਦਰਸਾਇਆ। 58 ਉਪਨਿਸ਼ਦਾਂ ਦਾ ਫਾਰਸੀ ਵਿੱਚ ਤਰਜਮਾ ਕੀਤਾ। ਉਸ ਤਰਜਮੇ ਨੂੰ ਪੜ੍ਹ ਕੇ ਹੀ ਫਿਲਾਸਫਰ ਸੋਪਨੀਅਰ ਨੇ ਕਿਹਾ ਸੀ, ਮੁਲਕ ਪੁਸਤਕਾਂ ਦੇ ਅਧਿਐਨ ਬਗੈਰ ਹੋਰ ਕੋਈ ਪੜ੍ਹਾਈ ਨਹੀਂ। ਇਸ ਨਾਲ ਆਤਮਾ ਉਚਿਆਈ ਜਾਂਦੀ ਹੈ ਅਤੇ ਵਡਿਆਈ ਵੀ ਮਿਲਦੀ ਹੈ। ਸਿਰ-ਏ ਅਸਰਾਰ ਦੀਆਂ ਪੁਸਤਕਾਂ ਸੰਸਕ੍ਰਿਤ ਤੋਂ ਫਾਰਸੀ ਵਿੱਚ ਵਿਦਵਾਨਾਂ ਪੰਡਤਾਂ ਕੋਲੋਂ ਤਰਜਮਾ ਕਰਵਾ ਕੇ ਲਿਖਵਾਈਆਂ। ਇਹ ਪੁਸਤਕ ਸੰਨ 1655 ਦੇ ਲਗਭਗ ਲਿਖੀ ਅਤੇ ਮਲਿਆਣਿਆਂ ਨੇ ਬੜੀ ਲੈ ਦੇ ਕੀਤੀ ਅਤੇ ਫੌਜਾਂ ਵਿੱਚ ਵੀ ਉਸ ਦੇ ਵਿਰੁੱਧ ਪ੍ਰਚਾਰ ਕੀਤਾ ਕਿ ਦਾਰਾ ਕਾਫਿਰ ਅਤੇ ਰਾਫਜ਼ ਖੁਦਾ ਤੋਂ ਮੁਨਕਰ ਹੋ ਗਿਆ ਹੈ। ਔਰੰਗਜ਼ੇਬ ਨੇ ਬੜੇ ਟੇਢੇ ਢੰਗ ਨਾਲ ਦਾਰਾ ਵਿਰੁੱਧ ਮੁਸਲਮਾਨਾਂ ਵਿੱਚ ਨਫ਼ਰਤ ਫੈਲਾਈ। ਜਿੱਥੇ ਔਰੰਗਜ਼ੇਬ ਨੇ ਮੁਸਲਮਾਨਾਂ ਨੂੰ ਦਾਰਾ ਵੱਲੋਂ ਬਦਜਨ ਕਰਨ ਲਈ ਤੂਫਾਨ ਉਠਾਇਆ, ਉੱਥੇ ਖਾਨ ਸਾਮੇ ਨਾਲ ਰਲ ਕੇ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾਲ ਦਿੱਤਾ। ਦਾਰਾ ਦਾ ਪੇਟ ਖਰਾਬ ਹੋ ਗਿਆ ਅਤੇ ਕੁਝ ਵੀ ਹਜਮ ਨਾ ਹੋਵੇ। ਦਿਨ ਮਰਦਾ ਜਾਏ। ਸ਼ਾਹੀ ਹਕੀਮ ਕਈ ਉਪਾਅ ਕੀਤੇ ਪਰ ਕੁਝ ਨਾ ਬਣਿਆ। ਆਖਿਰ ਉਹਨਾਂ ਕਿਹਾ ਕਿ ਇਲਾਜ ਕੇਵਲ ਇਹ ਹੈ ਕਿ ਵੱਡਾ ਸਾਰਾ ਹਰੜ ਜੋ ਤੋਲੇ ਜਾਂ 14 ਸਰਸਾਈ ਦਾ ਹੋਵੇ ਅਤੇ ਮਾਸਾ ਲੌਂਗ ਗੱਜ ਮੋਤੀ ਹੋਵੇ ਤਾਂ ਚੈਨ ਮਿਲ ਸਕਦਾ ਹੈ। ਦੱਸ ਪਈ ਕਿ ਇਹ ਸਭ ਵਸਤਾਂ ਗੁਰੂ ਹਰਿਰਾਏ ਜੀ ਪਾਸ ਹਨ। ਹਰੜ ਦਾ ਇਹ ਗੁਣ ਸੀ ਕਿ ਉਸ ਨੂੰ ਹੱਥ ਲੈਂਦਿਆਂ ਹੀ ਪੇਟ ਸਾਫ਼ ਹੋ ਜਾਂਦਾ ਸੀ ਅਤੇ ਲੌਂਗ ਚੱਬਦਿਆਂ ਠੰਡ ਮਿਲਦੀ ਸੀ ਅਤੇ ਗੱਜ ਮੋਤੀ ਨਾਲ ਸਦਾ ਲਈ ਰੋਗ ਖਹਿੜਾ ਛੱਡ ਜਾਂਦਾ ਸੀ। ਹਕੀਮ ਦੇ ਕਹਿਣ ਤੇ ਪਹਿਲਾਂ ਤਾਂ ਸ਼ਾਹਜਹਾਨ ਨੇ ਹੇਠੀ ਜਾਣੀ ਅਤੇ ਫਿਰ ਅੰਦੇਸ਼ਾ ਜ਼ਾਹਿਰ ਕੀਤਾ ਕਿ ਮਤੇ ਗੁਰੂ ਹਰਿਰਾਏ ਜੀ ਇਨਕਾਰ ਕਰ ਦੇਣ। ਪਰ ਪੀਰ ਹਸਨ ਅਲੀ ਅਤੇ ਸ਼ੇਖ ਅਬੂ ਗੰਗੋਹੀ ਦੇ ਕਹਿਣ ਤੇ ਗੁਰੂ ਨਾਨਕ ਦਾ ਘਰ ਸਭ ਦਾ ਰਾਖਾ ਹੈ ਅਤੇ ਕੋਈ ਦਵੇਸ਼ ਨਹੀਂ ਅਤੇ ਜ਼ਾਹਰੀ ਕਰਾਮਾਤਾਂ ਦਾ ਮਾਲਕ ਹੈ ਅਤੇ ਦੁਖੀਆਂ ਦੇ ਦੁੱਖ ਸੁਣਦੇ ਹਨ। ਸ਼ਾਹਜਹਾਨ ਨੇ ਬੜੇ ਆਦਰ ਨਾਲ ਲਿਖਿਆ ਕਿ ਆਪ ਜੀ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋ ਅਤੇ ਬੇਖਾਹਿਸ਼ ਹੋ ਵਿਚਰਦੇ ਹੋ। ਖੁਦਾ ਦਾ ਫਜ਼ਲ
ਸਿੱਧਾ ਆਪ ਜੀ ਤੇ ਹੈ। ਮੇਰਾ ਪੁੱਤਰ ਦਾਰਾ ਰੋਗਗ੍ਰਸਤ ਹੈ ਅਤੇ ਆਪ ਜੀ ਪਾਸ ਉਹ ਦਾਰੂ ਹੈ ਜਿਸ ਨਾਲ ਉਹ ਨਰੋਆ ਹੋ ਸਕਦਾ ਹੈ। ਇਹ ਲਿਖਤੀ ਅਰਜ਼ ਅਕਲ ਖਾਨ ਅਤੇ ਗੁੱਲ ਬੇਗ ਖਾਨ ਲੈ ਕੇ ਕੀਰਤਪੁਰ ਗੁਰੂ ਦਰਬਾਰ ਹਾਜ਼ਰ ਹੋਏ। ਗੁਰੂ ਹਰਿਰਾਏ ਜੀ ਨੇ ਦਾਰਾ ਦੀ ਦਸ਼ਾ ਸੁਣ ਕੇ ਹੁਕਮ ਦਿੱਤਾ ਕਿ ਉਸ ਪ੍ਰੀਤ ਤੇ ਪ੍ਰਤੀਤ ਨਾਲ ਦਵਾਈਆਂ ਮੰਗੀਆਂ ਹਨ, ਹੁਣੇ ਹੀ ਭੇਜੋ। ਦਾਰਾ ਗੁਰੂਦਾਰ ਔਖਦ ਦੀ ਵਰਤੋਂ ਕਰਕੇ ਦਾਰਾ ਅਰੋਗ ਹੋ ਗਿਆ ਅਤੇ ਕੁਝ ਚਿਰ ਬਾਅਦ ਕੀਰਤਪੁਰ ਭੇਟਾਂ ਲੈ ਕੇ ਦਰਸ਼ਨਾਂ ਨੂੰ ਵੀ ਆਇਆ। ਉਸਨੇ ਗੁਰੂ ਮਹਿਮਾ ਵਿੱਚ ਕਸੀਦਾ ਵੀ ਲਿਖਿਆ। ਉਸ ਲਿਖਤ ਦਾ ਮੂਲ ਰੂਪ ਤਾਂ ਮਿਲਦਾ ਨਹੀਂ, ਪਰ ਉਸ ਦਾ ਸਾਰ ਸਿੱਖ ਇਤਿਹਾਸਕਾਰਾਂ ਦਿੱਤਾ ਹੈ। ਉਸ ਲਿਖਿਆ ਤੇ ਕਿਹਾ ਕਿ ਆਪ ਜੀ ਸਦਕਾ ਹੀ ਮੈਨੂੰ ਜੀਵਨ ਦਾਨ ਮਿਲਿਆ ਹੈ। ਆਪ ਜੀ ਪਰਾਇਆਂ ਦੀ ਪੀੜ ਆਪਣੀ ਜਾਨ ਦੂਰ ਕਰਦੇ ਹੋ। ਆਪ ਜੀ ਕਰਾਮਾਤਾਂ ਦੀ ਹੱਦ, ਦੁਸ਼ਟ ਦਮਨ, ਅਨਾਥਾਂ ਦੇ ਨਾਥ, ਬੁੱਧੀ ਦੇ ਮਾਲਕ ਅਤੇ ਗਿਆਨਵਾਨ ਹੋ। ਦਾਰਾ ਨੇ ਕੀਰਤਪੁਰ ਆ ਹਾਜ਼ਰੀ ਭਰੀ, ਕੀਮਤੀ ਭਟਾਵਾਂ ਭੇਟ ਕੀਤੀਆਂ ਤੇ ਕਿਹਾ, ਇਹ ਆਖ ਮੈਨੂੰ ਖੁਸ਼ੀ ਮਿਲ ਰਹੀ ਹੈ ਕਿ ਜੋ ਵੀ ਸਿਦਕ ਰੱਖ ਕੇ ਨਿੰਦ ਤੱਜ ਕੇ ਇਸ ਦਰ ਆਉਂਦਾ ਹੈ ਉਸ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਗੁਰੂ ਹਰਿਰਾਏ ਜੀ ਨੇ ਸਿਰਫ ਇਤਨਾ ਕਿਹਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਸ ਘਰ ਦਾ ਬਿਰਧ ਹੈ। ਦਾਰਾ ਨੇ ਇਹ ਵੀ ਦੱਸਿਆ ਕਿ ਵੇਦ ਸ਼ਾਸਤਰਾਂ, ਉਪਨਿਸ਼ਦਾਂ ਅਤੇ ਹੋਰ ਹਿੰਦੁਸਤਾਨੀ ਤੱਜਾਂ ਦਾ ਤਰਜਮਾ ਵੀ ਉਸ ਕੀਤਾ ਹੈ। ਉਸ ਇਹ ਵੀ ਕਿਹਾ ਕਿ ਸ਼ਰਈ ਲੋਕ ਨਾਰਾਜ਼ ਫਿਰਦੇ ਹਨ, ਮਨ ਸ਼ਾਂਤ ਨਹੀਂ ਹੈ। ਹੁਣ ਅੱਗੇ ਸਰੀਰਕ ਰੋਗ ਮਿਹਰ ਸਦਕਾ ਦੂਰ ਕੀਤਾ, ਜੇ ਹੁਣ ਆਤਮ ਆਨੰਦ ਵੀ ਦਿਓ। ਸਤਵੇਂ ਪਾਤਸ਼ਾਹ ਨੇ ਕਿਹਾ, ਪਹਿਲੀ ਗੱਲ ਤਾਂ ਇਹ ਹੈ ਕਿ ਦਾਰਾ ਸ਼ਿਕੋ ਕਿ ਜਿਵੇਂ ਰਣ ਭੇਰੀ ਵਿਜੇ ਤਾਂ ਸੂਰਮਾ ਪਿੱਛੇ ਨਹੀਂ ਤੱਕਦਾ ਤੇ ਹਟਦਾ, ਸ਼ਮਾ ਜਲ ਜਾਏ ਤਾਂ ਪਤੰਗਾ ਪਰਤ ਕੇ ਨਹੀਂ ਤੱਕਦਾ। ਸੋ ਜੋ ਇਸ ਪਾਸੇ ਪੈਰ ਪਾਉਂਦਾ ਹੈ ਉਸ ਨੂੰ ਪਿੱਛੋਂ ਤਾਂ ਬਿਲਕੁਲ ਹੀ ਨਹੀਂ ਦੇਖਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੀ ਤੁਕ ਹੈ, ਜਿਉਂ ਤਿਉਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੰਸਾਰ ਦੀ ਅਸਲੀਅਤ ਬਾਰੇ ਤੁਸਾਂ ਪੁੱਛਿਆ ਹੈ, ਉਸ ਬਾਰੇ ਇਹ ਹੀ ਸਮਝਣਾ ਕਾਫੀ ਹੈ ਕਿ ਜਿਵੇਂ ਸੋਨੇ ਦੇ ਗਹਿਣੇ ਅਤੇ ਲੋਹੇ ਦੇ ਸ਼ਸਤਰ ਤਰ੍ਹਾਂ ਤਰ੍ਹਾਂ ਦੇ ਹੁੰਦਿਆਂ ਵੀ ਕਦੇ ਸੋਨੇ ਜਾਂ ਲੋਹੇ ਤੋਂ ਵੱਖ ਨਹੀਂ, ਤਿਵੇਂ ਜਿਤਨਾ ਵੀ ਸੰਸਾਰ ਦਾ ਪਸਾਰਾ ਹੈ ਉਹ ਪ੍ਰਭੂ ਤੋਂ ਅਲੱਗ ਨਹੀਂ ਹੈ। ਫਿਰ ਆਤਮਿਕ ਆਨੰਦ ਦੀ ਤੁਸੀਂ ਗੱਲ ਜੋ ਪੁੱਛਦੇ ਹੋ ਉਸ ਬਾਰੇ ਇਹੀ ਵਿਚਾਰ ਹੈ ਕਿ ਜਿਵੇਂ ਚੰਦਨ ਇਰਦੇ ਗਿਰਦੇ ਦੇ ਹਰ ਦਰਖਤ ਨੂੰ ਵੀ ਚੰਦਨ ਵਰਗਾ ਹੀ ਕਰ ਦਿੰਦਾ ਹੈ ਅਤੇ ਪਾ ਦੇਣ ਨਾਲ ਬਸਤਰਾਂ ਨੂੰ ਰੰਗ ਪੱਕਾ ਚੜ ਜਾਂਦਾ ਹੈ, ਪਾਰਸ ਲੋਹੇ ਨੂੰ ਸੋਹਣਾ ਬਣਾ ਦਿੰਦਾ ਹੈ। ਬਾਰਿਸ਼ ਪੈਣ ਨਾਲ ਧੂੜ ਬੈਠ ਜਾਂਦੀ ਹੈ ਤੇ ਬਨਸਪਤੀ ਤੇ ਪਈ ਧੂੜ ਵੀ ਧੁਲ ਜਾਂਦੀ ਹੈ। ਭਿਰਗੀ ਆਪਣਾ ਹੀ ਰੂਪ ਕੀੜੇ ਨੂੰ ਦਿੰਦੀ ਹੈ, ਤਿਵੇਂ ਗੁਰੂ ਪਾਸ ਆਇਆ ਸਾਧਨਾ ਪੱਕੀ ਹੁੰਦੀ ਹੈ ਅਤੇ ਲੋਕ ਪਰਲੋਕ ਸਵਰ ਜਾਂਦੇ ਹਨ। ਆਨੰਦ ਸਾਧ ਸੰਗਤ ਵਿੱਚ ਹੈ। ਬੜਾ ਆਨੰਦ ਪ੍ਰਾਪਤ ਕਰ ਦਾਰਾ ਵਿਦਾ ਹੋਇਆ। ਭਾਗ ਛੇਵਾਂ। ਗੁਰ ਕੇ ਬਚਨ ਕਰਨ ਸੁਨ ਧਿਆਵੇ। ਮਹਿਮਾ ਗੁਰਬਚਨਾਂ ਦੀ। ਜਿਵੇਂ ਇਹ ਹੁਕਮ ਸੀ ਕਿ ਗੁਰ ਕੀ ਬਾਣੀ ਸਤ ਕਰ ਜਾਣਿਓ, ਗੁਰ ਸਿੱਖਿਓ ਕਰਤਾ ਹਰ ਆਪ ਮੁਖੋਂ ਕਢਾਏ, ਤਾਂ ਸਿੱਖਾਂ ਨੇ ਬਾਣੀ ਨੂੰ ਰੱਬ ਜਿਤਨਾ ਹੀ ਸਤਿਕਾਰ ਦਿੱਤਾ, ਗੁਰੂ ਸਾਹਿਬਾਨ ਨੇ ਵੀ ਆਪੂ ਬਾਣੀ ਨੂੰ ਪੂਰਨ ਸਤਿਕਾਰ ਦੇ ਕੇ ਸਿੱਖਾਂ ਨੂੰ ਹੋਰ ਦ੍ਰਿੜ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਤੇ ਹਰਮੰਦਰ ਸਾਹਿਬ ਪ੍ਰਕਾਸ਼ ਵੇਲੇ ਅਤੇ ਪਿੱਛੋਂ ਸਿੱਖਾਂ ਡਿੱਠਾ ਕਿ ਪਹਿਲਾਂ ਗੁਰੂ ਅਰਜਨ ਜੀ ਆਪੂ ਰਾਮਸਰ ਤੋਂ ਪੈਦਲ ਚੌਰ ਕਰਦੇ ਆਏ ਹਨ, ਉੱਚੀ ਥਾਂ ਟਿਕਾਇਆ ਹੈ ਅਤੇ ਰਾਤ ਨੂੰ ਵਿਸ਼ਰਾਮ ਵਾਲੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕੀਤਾ ਹੈ, ਤਾਂ ਗੁਰੂ ਜੀ ਨੇ ਆਪਣਾ ਵਿਛਾਉਣਾ ਭੁੰਜੇ ਕੀਤਾ ਹੈ, ਤਾਂ ਸਿੱਖਾਂ ਨੂੰ ਹੋਰ ਕਿਸੇ ਪ੍ਰਮਾਣ ਦੀ ਲੋੜ ਨਾ ਰਹੀ। ਇਵੇਂ ਸਿੱਖਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਪਾਤਸ਼ਾਹ ਜੋ ਮੁਖੋਂ ਬੋਲਦੇ ਹਨ ਉਹ ਬਚਨ ਹਨ ਅਤੇ ਉਹਨਾਂ ਦੇ ਹਰ ਬਚਨ ਨੂੰ ਧਿਆਨ ਨਾਲ ਸੁਣਨਾ ਤੇ ਪਹਿਰਾ ਦੇਣਾ ਸਿੱਖਾਂ ਦਾ ਫਰਜ਼ ਹੈ। ਕਿਉਂ ਅਤੇ ਕਿਵੇਂ ਕਰਨਾ ਸਿੱਖਾਂ ਨੂੰ ਆਉਂਦਾ ਹੀ ਨਹੀਂ। ਗੁਰਬਾਣੀ ਵਿੱਚ ਫਰਮਾਨ ਸਨ ਕਿ ਜੋ ਮਹਾਂਪੁਰਖ ਸਹਿਜ ਸੁਭਾਵੀ ਬੋਲਦੇ ਹਨ ਉਹ ਬਚਨ ਹੁੰਦੇ ਹਨ ਅਤੇ ਸਹੀ ਹਨ। ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵਦੇ। ਗੁਰੂ ਅਰਜਨ ਜੀ ਦਾ ਫਰਮਾਨ ਸੀ, ਜਿਵੇਂ ਬਾਣੀ ਨੂੰ ਸਤ ਸਤ ਕਰ ਮੰਨਣਾ ਹੈ, ਇਵੇਂ ਹੀ ਗੁਰੂ ਰਾਮਦਾਸ ਜੀ ਦਾ ਹੁਕਮ ਉਹਨਾਂ ਨੂੰ ਯਾਦ ਸੀ ਕਿ ਜਿਸ ਨੇ ਵੀ ਗੁਰੂ ਦੇ ਬਚਨਾਂ ਨੂੰ ਸਤ ਸਤ ਕਰ ਮੰਨਿਆ ਉਹ ਹੀ ਵਾਹਿਗੁਰੂ ਨੂੰ ਪਿਆਰੇ ਹਨ। ਗੁਰ ਕੇ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕੁਰ ਬਹੁਤ ਪਿਆਰੇ। ਗੁਰੂ ਅਰਜਨ ਜੀ ਦਾ ਗੌੜੀ ਰਾਗ ਵਿੱਚ ਹੁਕਮ ਸੀ ਕਿ ਗੁਰੂ ਦੇ ਬਚਨਾਂ ਤੇ ਆਪਾ ਮਿਟਾ ਦਿਓ, ਕਿਉਂਕਿ ਇਹ ਬਚਨ ਹੀ ਹਨ ਜੋ ਜਮਾਂ ਦੀ ਫਾਂਸੀ ਕੱਟ ਸਕਦੇ ਹਨ। ਗੁਰ ਕੇ ਬਚਨ ਮਿਟਾਵੋ ਆਪੇ। ਗੁਰੂ ਦੇ ਬਚਨਾਂ ਤੇ ਆਪਾ ਵਾਰਨ ਨਾਲ ਹੀ ਨਾਮ ਦੀ ਰੰਗਣ ਚੜ੍ਹਦੀ ਹੈ। ਗੁਰੂ ਦੇ ਬਚਨਾਂ ਤੇ ਟੁਰਦੇ ਭਰਮ ਮੁਕਦੇ ਬ੍ਰਹਮ ਨਜ਼ਰੀ ਆਉਂਦਾ ਹੈ।
ਬਖਸ਼ਿਸ਼ ਹੁੰਦੀ ਹੈ ਅਤੇ ਰਾਜ ਜੋਗ ਦੀ ਪਦਵੀ ਮਿਲਦੀ ਹੈ। ਗੁਰੂ ਦੇ ਬਚਨ ਤੇ ਟੁਰਦਿਆਂ ਹੀ ਭਗਤੀ ਕਬੂਲ ਹੁੰਦੀ ਹੈ ਅਤੇ ਪ੍ਰਭੂ ਮਨ ਵਿੱਚ ਆਉਣ ਵਾਸਤਾ ਹੈ। ਸਿੱਖ, ਸਾਧਕ, ਸਾਧੂ, ਸੰਤ, ਸਿੱਧ ਅਤੇ ਲੋਕ ਜਿਨ੍ਹਾਂ ਦਾ ਜੀਵਨ ਬਚਨ ਸੁਣਨ ਤੇ ਪਾਲ ਪਲਟਾ ਖਾਂਦਾ ਸੀ, ਉਹ ਲੋਕ ਬਚਨ ਸਾਂਭ ਰੱਖਦੇ ਸਨ। ਉਹ ਹੀ ਬਚਨ ਫਿਰ ਗੋਸ਼ਟਾਂ ਬਣੀਆਂ, ਹਾਜ਼ਰਨਾਮੇ ਕਹਿਲਾਏ, ਜਨਮ ਸਾਖੀਆਂ ਕਹਿਲਾਈਆਂ, ਪਰਚੀਆਂ ਹੋਈਆਂ ਅਤੇ ਦੌਰੇ ਦੀਆਂ ਸਾਖੀਆਂ ਨਾਲ ਪ੍ਰਸਿੱਧ ਹੋਈਆਂ, ਕਥਾ ਦੇ ਰੂਪ ਵਿੱਚ ਪ੍ਰਚਲਿਤ ਹੋਈਆਂ, ਸੁਖਣ ਬਣੇ, ਬੋਲਾਂ ਦੇ ਰੂਪ ਵਿੱਚ ਯਾਦਾਂ ਬਣੀਆਂ ਅਤੇ ਬਚਨ ਤੋਂ ਗ੍ਰੰਥ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ। ਕੈਸੇ ਕੈਸੇ ਸੁੰਦਰ ਬਚਨ ਇਹਨਾਂ ਪੁਸਤਕਾਂ ਨੇ ਸਾਂਭੇ। ਉਹਨਾਂ ਨੂੰ ਪੜ੍ਹਦੇ ਸਾਰ ਹੀ ਪ੍ਰਤੀਤ ਆਉਂਦੀ ਹੈ ਅਤੇ ਪ੍ਰੀਤ ਜਾਗਦੀ ਹੈ। ਜਦ ਕਿਸੇ ਗੁਰੂ ਨਾਨਕ ਜੀ ਕੋਲੋਂ ਪੁੱਛਿਆ ਕਿ ਫਕੀਰ ਜੁਗਤ ਦੱਸੋ ਤਾਂ ਆਪ ਜੀ ਨੇ ਫਰਮਾਇਆ ਸੀ, ਆਦ ਫਕੀਰੀ ਦਾ ਨਾਸ ਹੋਣਾ, ਅੰਤ ਸਤ ਹੋਣਾ। ਫਕੀਰ ਤੇ ਸਾਇਆ ਭਗਵੰਤ ਕਾ ਹੈ। ਹੱਥ ਫਕੀਰ ਦੇ ਦੋਨੋਂ ਕੰਨਾਂ ਤੇ ਧਰੇ ਹੋਏ ਹਨ, ਚਰਨ ਫਕੀਰ ਦੇ ਬਾਂਧੇ ਹੁੰਦੇ ਹਨ। ਫਕੀਰ ਦਾ ਤੋਸ਼ ਭਰੋਸਾ ਭਗਵੰਤ का, घर फकीर का सारा जगत, मिल्ख नाम परमेश्वर का, गंज फकीर का शरीर अरोग, गंज का जंदरा त्याग भोग्यो का, प्रसन्नता फकीर की, चित किसे बिखे न अटकावना। रस रूप विच रोग फकीरों को माया धारियां साथ प्रीत करना, दुख फकीर को करामात करके। सन बद्दी त्याग है, आहों के बीच न अटकना। दुश्मन फकीर का अपना मन, बहादुरी है फकीर की, चित भजन विखे टिकाउना। मूर्खता फकीर की है, भजन ते अचेत होवना। चोरी है बिगानी, निंदा सुननी। मर्दानगी है जिसका हाथ पकड़े छोड़े न। पातशाही है बेपरवाही जगत स्यों। हाजरनामे दे ਇਹ शब्द सिखां ने कदे नहीं भुलाए कि अकिरत घण दा मूँह पीला भूक है ਅਤੇ बद जबान पलीत है, इलम हलीमी है, जोर जुल्म है, तेग मरदा है। गुरु अंगद देव जी दे ਇਹ बचन ਤਾਂ सिखां पल्ले ही बन रखे कि अन्न बहुती भुखे लगी जेवना, भरे उपर भरना नाही, अन्न छड्डना भी नाही, सवना तां जां नींद बहुती आवे, निंदरा बिन सवना नहीं, गाफलाई है। गुरु अर्जन पिता दे बचन गुरमुखी बनन लई कितने लाहेवंद हन। धन रूप गृह वस्त्र भोजन शोभा, साहिबियां खुशियां, मोख मुक्ति, वड़ियाइयां परमेश्वर के नावे विच कर जाननियां। यह गल जानेगा तां गुरमुख होवेगा। श्री सतगुर जीओ बोलिया, जिन्हां दा मन परमेश्वर नाल लगा है उन्हां दी इच्छा पूरी है। सो बहुत महिमा है गुरु बचनां दी अते साडी खुशकिस्मती नूं गुरु हर राय जी दे कीते बचनां नूं उन्हां दी ही पालित पुत्री बीबी रूप कौर जी ने लिख सांभ लए सन। बीबी रूप कौर जी किरतपुर निआसरियां दा आसरा अते नियोटियां दी ओट भी सी। सिख जीवन दान दे के जवानियां भेंट करदे अते आपो अपने बच्चों नूं गुरु दर ते चढ़ा जांदे सन। इन्हां विचों ही एक बच्ची रूप कौर सी जिस नूं हर राय जी ने अपने हत्थीं पालिया। उसने सतगुर जी दे मूहों दीआं साखियां लिखियां जिस विच गुरु साहिबान दे बचन संभाले होए हन। ਜਿਹੜੇ बचन पहले गुरु साहिबान दे सन उत्थे तां महल दा अंक जां नाम साखी महल पा दिता अते जो गुरु हर राय जी साहिब बचन करदे सन उन्हां ते कोई महला जां संकेत ना दिता, केवल गुरु आख्या जां सतगुरु बोलिया। ਉਹ बचन इतने कीमती ਹਨ कि उन्हां ते टुर के ही सिखां कमालां दे सिखरां नूं छूहिया। सोहना ते कसोहना। गुरु महाराज कोलों सिख पुछया, दाता सोहना कौन है अते कसोहना कौन? गुरु जी दा कहना सी, जो शिव रूप है वह सोहना है, भाव जिस पास शीतलता है, हिरदे दी ठंडक है, शांत चित है, सुबुद्ध है। शिव अगे शक्ति हारिया यह गुरबाणी कहंदी है। जो सदा उत्तेजित रहिंदा है, कुतरा कढ़दा है, साजिशबाज है, वादी है, वह कसौना है। चंद नूं देखण लई सब भज उठदे हन पर सूरज वल कोई मूँह नहीं करदा। कां बोले तो कोई सुनता नहीं पर कोयल कूके तो दिल करता है बोली ही टुरी जाए। सोहना कसोहना सब अंदर दी दशा करके हुंदे हन। गुरु हर राय जी ने यह भी तुक पढ़ सुनाई। अत सुंदर कुलीन चतर मुख ध्याउणी धनवंत मृतक कहियां नानका जिन प्रीति
नहीं भगवंत। सुंदरता दे सोमे वाहिगुरू नाल प्रीत लगाई रखीए तां सुंदरता कदे ढलदी नहीं। गुरु आख्या बिगड़ रूप अहंकार है, अहंकार कर ही मूँह बिगड़दा ते सुंदरता जांदी है। मुक्ता केड़ा? सिखां दे पुछण ते गुरु साहिब ने कहा मुक्ता वो है जिस नूं दुख सुख विच परमेश्वर चेतावे। जे सब संसारी सुख पास होवन ते परमेश्वर विसरे सो ही अमुक्ता है। दुख वेले जे ਇਹ तुक मूहों निकल गई कि ਇਹ भी दात तेरी दतार तां मुक्ता होया। जो हुक्म विच विचरदा है ਉਹ सदा अनंत विच खेलदा है। परमेश्वर ते भुलिया व्यापन सबे रोग। जद परमेश्वर चेतावे तां खेड़ा ही खेड़ा, विसरिया नहीं तां दुख आरंभ। सारी खुशी नाम विच है, सदीव गणी सुहावले राम नाम ग्रहमाल। पाप दा मूल? सिखां पुछया कि बख्शिश दे दाते किरपा करके दसो कि पापां दा मूल की है। कर्म धर्म नेम सब करीदे हन, पाप फिर भी आ पहुँचते हैं। सप्तम पिता गुरु हर राय जी ने फरमाया पापां दा मूल लोभ है। लोभी का विसाह न कीचे, यही ही गुरबाणी पुकार करती है। लोभ दा मूल कूड़ है, कूड़ बोल बोल लोभ वाले पासे टुरी जांदा है। सच पल्ले होए तां कूड़ नहीं आउंदा अते कूड़ तज्जिया लोभ नहीं अते लोभ गया तां पापां दा नास। मौत नहीं अकाल चलाना। मोहसन फानी ने ठीक कहा सी कि सिखां दा यह विश्वास पक्का हो गया कि हर सिख सिद्धा गुरपुरी जांदा है। गुरु हरगोबिंद जी वेले भाई निहाला जी ने एक हंकारी पंडित नित्यानंद नूं खूब लिया सी। जद उसने कहा सी कि सिखां नूं पता ही नहीं कि आत्मा शरीर छड्ड किहड़े पैंडे पैंदी है। भाई जी ने कहा सिख उस राह जांदा ही नहीं। सतगुर पूरे साच कहा नाम तेरे की मुक्ते बीथी, जमका मार्ग दूर रहा। गुरु हर राय जी ने हुक्म दे रखिया सी कि किसी सिख दे गुजरन वेले कदे नहीं कहना कि उसकी मौत हो गई है जां जम के पल्ले पिया है जां जम द्वारे गया है। यही ही कहना कि अकाल पास गया है, अकाल चलाना कीता है। हर पंथ हर द्वारे आखना जां हर लोक कहना। ऐसी गुड़ती मिल गई कि गुरुआं कोलों कि जकरिया खान ने भी नादर नूं कहा कि यह मौत नूं मरना नहीं कहिंदे, चढ़ाई करना बोलते हैं। मौत नूं सिखां जित लिया सी। हम भूल विगाड़े दिन रात। एक सिख गुरमर्यादा उल्ट पिया कारज करता सी। सिखां गुरु पातशाह पास शिकायत पढ़ाई। हुक्म होया कि इसनूं सज़ा दिओ। एक सिख अगे सज़ा देण लई वधिया पर कोल जा चुप चपीता खड़ा हो गया। महाराज ने कहा इसनूं सज़ा देंदे क्यों नहीं? हथ जोड़ सिख ने बेनती की असीं तां खिन खिन भुल्लणहार हां, किस किस कोलों मार खावांगे। तुसीं बख्शिओ अते नदर करम करके सीधे राह पाओ। गुरु जी ने धन सिखी कहा हों तिस विट्यो वारिया। कंधार दी संगत ने आके गुरु चरण पकड़े अते मुखी सिख ने कहा पातशाह तुम विट्यो कुर्बान। गुरु जी ने मोड़वा कहा सिखो हो वारिया तुसां विट्यो। सारे सिख अचंभे विच आए कि महाराज सिखां दी इतनी वडियाई करदे हन। उन्हां दी आश्चर्यता भाव के गुरु जी ने कहा मेरा भी ऐसे सिखां तो कुर्बान होण नूं जी चाहुंदा है जो शरधा धार इतना लम्मा पैड़ा कर तुरी आउंदे हन। राहां दीआं औकड़ां दी जरा भी परवाह नहीं करते। फिर लोक लाज रीति रिवाज भरम रसम नूं तिलाजली दे गुरु दे बचनां ते ही यकीन करदे हन। लोक डराउंदे ते धमकाउंदे भी हन पर तुसीं डोलदे नहीं। ऐसे सिखां तो कुर्बान होण नूं जी चाहुंदा है। शायद इसे लिए भाई नंद लाल जी ने कहा सी मैं उसका आशिक हाँ जो मेरा आशिक है। गुरु जी भी सिखां नूं भाई कह के सत्कार देंदे सन। भाई भगतू का संस्कार हत्थी करना इसे पासे दियां ही कुछ उदाहरणां हन। अरदास ते आराधना। सिखां पुछया कि कौन सी अरदास थाएं पैंदी है। महाराज ने कहा कि अरदास भावें कोई बोल के करे भावें अंदरों प्रवान हुंदी है। जो अरदास अंदरों होवे हिरदा शुद्ध होवे थाएं पैंदी है। आराधना केवल यह ही है कि सबना जियां दा भला मनाए। हाउ ही वड्डा रोग। गुरु जी सिखां दा मार्गदर्शन आपूं कई ढंग वरत के करदे सन। झिड़के बहु भांत दा राह भी अपनाउंदे सन तां कि
सिख हाऊ दी खड्ड विच गिर गर्क ही ना हो जाए। एक सिख लंगर दी सेवा करदा सी। सेवा करदिआं उस सेवादार नूं सिद्धियां फुरन लगियां, दिलां दी जानन लगा। सवेर दे दीवान की समाप्ति उपरंत गुरु जी के चित्त विच आया कि अज मिसे प्रशादे दही मक्खण नाल संगतां नूं खवाए जाण। गुरु जी लंगर वाल जा रहे सन अते उधर सिख मिस्सी रसद इकट्ठी करके प्रशादे पकवाउण लगा। गुरु जी जद लंगर पुजे अते उस चाई चाई दस्सिया कि उसका ख्याल सी कि गुरु जी प्रसन्न होणगे, पर महाराज ने लांगरी सेवादार नूं कोल बिठा ह्यूमे रोग कट्टण लई फरमाया। सिखां हुक्म बगैर मिसियां रोटियां क्यों पकवाइयां? सिख हाऊ विच बोलिया, मैं जाता, गुरु दा चित है। गुरु पातशाह ने कहा, तू की जाने गुरु दे चित नूं। जरा कु पारदर्शी मिली अते वरतन लग पिया। लोकां नूं दिखलाउण लई गर्भ ही वड्डी रुकावट है। सिख नूं सोझी आई, चरना ते ढट्ठा। महाराज ने फिर समझाउंदे कहा, खेती नूं झक्खड़ झोले दा डर तिचर ताईं है। जिचर तक कट के अजे घर नहीं आई, त्यों नाम दा फल पक्कण तीक डर है। इतनी कु करामात पाके फुलिया फुलिया फिरना सिखी नहीं है। सेवा करन दा वल गुरु हर राय जी सेवा अते फिर हथी सेवा ते बहुत ही जोर देंदे। आप जी फरमाया करदे सन कि सेवा यह नहीं कि आए नूं दो प्रशादे छका दिते, सेवा है आए दा आदर भाव करना, खिड़े मत्थे प्रशाद खवाउणा। उस पासों साखी शब्द सुणीए, उसनूं सुणीए, फिर सखाला सवाईए। आपू भावें औखा होना पवे, अमृत वेले उठ के उसनूं नवा लीए। जप पढ़ीए सुणीए, फिर जिथों तक हो सके अपना के आईए। सेवा विच ही सब निधान हन। उथे ही हुक्म कीता कि जिसने चूके समय अतिथि नूं प्रसाद प्यार नाल छकाया, गुरु दी खुशी उसे ते है। विण दिते किछ हथ न आई। गुरु नानक देव जी दा चोटी दा उपदेश भाई गुरदास जी ने लिखिया है। विण दिते किछ हथ न आई। सिद्ध लोकां अचल वटाले कितने ही यतन कीते कि गुरु चरनां नाल जुड़ी हुई संगत उन्हां दे डर डराविਆਂ कारण उखड़ जाए जां लालच वस हीरे मोती चुगन लग पए, जो उन्हां करामातां कर वरसाए सन। जद सिद्ध सब पासे निसफल होए तां ओह भी गुरु चरनां ते डिग के कहण लगे कि तुसीं की करामात इन्हां नूं दित्ती है, की बूटी घोल पिला दित्ती है। महाराज ने कहा, सिखां नूं इह समझा दिता है कि सुख देण विच है, लैण ग्रहण खोहण जां रखण विच नहीं। एक सिख किरतपुर दर्शनां नूं आ रिहा सी अते राह विच एक दुखी बीपर मिलिया अते गुरु पास अरदास भेजी कि सुख मिले। एक होर दुखी मुकद्दम मिलिया अते उस भी जाचना कीती कि मेहर दी नज़र गुरु जी नूं कहना साडे ते करन। अते एक सप नूं अति दुखी वेख भी सिख चिंतातर होया। ऐसे संकल्प लै बीपर मुकद्दम अते सप दी दीन दशा गुरु जी पास रख मेहर करन लई बेनती कीती। गुरु जी ने फरमाया, बीपर नूं कहना कि तेरे पास विद्या है, विद्या किसे नूं दे तां तेरा कल्याण होवेगा। मुकद्दम हर समय खोहा खोही विच पिया रहिंदा है। रता भी समा परिवार नूं नहीं दिंदा। अपने घर जवान कन्या लई वार ढूंढण भी नहीं जांदा। वार ढूंढे ते सुखी होवे। घर सुख वसिया, बाहर सुख पाया। सप नूं जरा हटा के वेख हेठ गागर छुपी रुपइयां दी है। सारे ही सुखी होए हुक्म मन के। देण विच ही सुख है, पकड़ ही दुखां दा कारण है। चौथे पद को पावे सोई। एक सिख ने पूछा कि गुरु ग्रंथ साहिब विच जिस चौथे पद का जिक्र बार बार आउंदा है, किरपा करके दसो कि वह की है अते किवें पाया जांदा है। बख्शिशां दे दाते ने कहा, जिवें संसारी दुनिया दियां हाड़ सियाल अते सावन रुतां हन, इवें ही आत्मिक जगत दियां भी तीन ही हालतां हन। हाड़ नूं तमो गुण कह लवो, पिंडा तप जांदा है, कपड़ा भी चुभदा है, मुड़का चाउंदा है, ध्यान नहीं लगदा। तिवें हमो गुणी सुभाव पुरुष सबना नाल झख झख बोलदा है, टिक के नहीं बैठदा अते ना ही उस दे मन विच टिका हुंदा है, भटकना बनी रहिंदी है। सियाल नूं रज्जो जान लवो, जिवें सियाले गुच्छम गुच्छा हो गर्म कपड़ियां विच बैठा रहिंदा है, करदा कराउंदा कुछ नहीं, अंदर टिकिया माड़े चंगे दा भी असर नहीं पैंदा, अपने ही ਲਈ सोचदा है। रज्जो गुणी सुभाव अंतर्मुखी है। संतो सावण न्यायी है, सब पासे हरियावल है, उत्साह है, दया उपजदी है, परोपकार भी करदा है। पर सत्तो गुणी वाले विच
ਇੱਕ ਘਾਟ ਬਣੀ ਰਹਿੰਦੀ ਹੈ ਕਿ ਉਸ ਦਾ ਚਿੱਤ ਕਰਦਾ ਹੈ ਕਿ ਲੋਕੀ ਚੰਗਾ ਕਹਿਣ, ਵਾਹ ਵਾਹ ਕਰਨ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਉੱਚਾ ਪਦ ਦਰਸਾਇਆ ਹੈ ਚੌਥਾ। ਜਦ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਭਲਾ ਕਰਮ ਵਾਹ ਵਾਹ ਲਈ ਨਹੀਂ, ਧਰਮ ਜਾਣ ਕਰਦਾ ਹੈ। ਸਿੱਖਾਂ ਨੇ ਇੱਥੇ ਪੁੱਜਣਾ ਹੈ। ਮਹਿਮਾ ਸਾਧੂ ਸੰਗ ਕੀ। ਸਾਧ ਸੰਗਤ ਦੀ ਮਹਿਮਾ ਸਿੱਖ ਘਰ ਨੇ ਬਹੁਤ ਹੀ ਦ੍ਰਿੜਾਈ ਹੈ। ਗੁਰੂ ਸ਼ਬਦ ਬਾਅਦ ਕੋਈ ਵੀ ਦੂਜੀ ਥੰਮੀ ਹੈ ਤਾਂ ਉਹ ਹੈ ਸਾਧ ਸੰਗਤ। ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜਰਾ ਵੀ ਗੌਰ ਨਾਲ ਪੜ੍ਹਿਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿੱਥੇ ਵੀ ਸੰਗਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਉੱਤੇ ਹੀ ਸਦਾ ਤ ਅੱਖਰ ਤੋਂ ਪਹਿਲਾਂ ਸਿਆਰੀ ਆਈ ਹੈ। ਅਰਥ ਇਹ ਹਨ ਕਿ ਐਸੇ ਪੁਰਸ਼ਾਂ ਦਾ ਸਾਥ ਪਾ ਕੇ ਗਤ ਹੋਵੇ। ਭਾਵ ਇਹ ਸੀ ਕਿ ਐਸੇ ਪੁਰਸ਼ਾਂ ਦੇ ਮੇਲ ਦੀ ਜਾਚਨਾ ਕਰ ਜਿਨ੍ਹਾਂ ਪਾਸ ਬੈਠਿਆਂ ਜੀਵਨ ਵਿੱਚ ਹਰਕਤ ਆਵੇ, ਕਦਮ ਪ੍ਰਭੂ ਪਾਸੇ ਉੱਠੇ ਅਤੇ ਸੁਰਤ ਉੱਚਿਆ ਜਾਏ, ਉੱਚੇ ਟਿਕਾਣੇ ਟਿਕੇ ਗਤ ਹੋਵੇ। ਸੰਗਤਾਂ ਨੇ ਗੁਰੂ ਜੀ ਕੋਲੋਂ ਪੁੱਛਿਆ ਕਿ ਸਾਨੂੰ ਸਾਧ ਸੰਗਤ ਦੀ ਮਹਿਮਾ ਸਮਝਾਓ। ਗੁਰੂ ਹਰਿਰਾਏ ਸਾਹਿਬ ਨੇ ਫਰਮਾਇਆ ਕਿ ਪਰਮੇਸ਼ਰ ਦੇ 3 ਰੂਪ ਹਨ। ਪਹਿਲਾ ਤਾਂ ਪਾਰ ਬ੍ਰਹਮ ਦਾ ਹੈ, ਦੂਜਾ ਸਰੂਪ ਗੁਰੂ ਹੈ ਜੋ ਸ਼ਬਦ ਵਿੱਚ ਲੁਪਤ ਹੈ, ਤੀਜਾ ਸਾਧ ਸੰਗਤ ਹੈ। ਜੇ ਪਾਰ ਬ੍ਰਹਮ ਵਿੱਚ ਚਿੱਤ ਨਾ ਲੱਗੇ ਤਾਂ ਪਹਿਲਾ ਕੰਮ ਇਹ ਹੈ ਕਿ ਗੁਰੂ ਸ਼ਬਦ ਵਿੱਚ ਚਿੱਤ ਜੋੜੋ। ਜੇ ਸ਼ਬਦ ਪੜ੍ਹਿਆਂ ਵੀ ਮਨ ਦੌੜ ਜਾਏ ਤਾਂ ਸਾਧ ਸੰਗਤ ਪੁੱਜੋ। ਜੇ ਸੰਗਤ ਵਿੱਚ ਮਨ ਨਹੀਂ ਟਿਕਿਆ ਤਾਂ ਹੋਰ ਕਿਸੇ ਸਾਧਨ ਨਾਲ ਨਹੀਂ ਟਿਕਣਾ। ਕਦੇ ਕਦੇ ਕਾਰਜ ਅੜ ਜਾਏ ਤਾਂ ਸੰਗਤ ਜੇ ਇੱਕ ਚਿੱਤ ਅਰਦਾਸ ਕਰੇ ਤਾਂ ਉਹ ਸਿੱਧ ਹੁੰਦਾ ਹੈ। ਇੱਕ ਗੱਲ ਹੋਰ, ਜੇ ਕਦੇ ਪ੍ਰਭੂ ਵੱਲੋਂ ਕਰੋਪੀ ਹੋਏ ਤਾਂ ਗੁਰੂ ਬਚਾਵੇ, ਅਤੇ ਜੇ ਗੁਰੂ ਰੂਠੇ ਤਾਂ ਸੰਗਤ ਮਨਾਵੇ। ਜੇ ਕਦੇ ਸੰਗਤ ਮਾਰੇ ਤਾਂ ਕਿਥਾਉ ਛੂਟੇ ਨਹੀਂ। ਸਤਾ ਤੇ ਬਲਵੰਡ ਜੀ ਜੋ ਸ਼ਬਦ ਦੇ ਕੀਰਤਨੀਏ ਸਨ ਨੂੰ ਬਚਾਇਆ ਲੱਦਾ ਪਰਉਪਕਾਰੀ ਦੀ ਸੰਗਤ ਨਹੀਂ ਸੀ। ਫਿਰ ਸਾਧ ਸੰਗਤ ਵਿੱਚ ਸੁੱਤਿਆਂ ਮਨ ਜਾਗ ਪੈਂਦਾ ਹੈ ਅਤੇ ਇਹ ਵੀ ਹੁਕਮ ਕੀਤਾ ਕਿ ਮਨ ਜਾਗੇ ਦੀ ਨਿਸ਼ਾਨੀ ਹੈ ਬਾਣੀ ਮਿੱਠੀ ਲੱਗੇ। ਜਿਵੇਂ ਮੱਛੀ ਪਾਣੀ ਨੂੰ ਛੱਡਣਾ ਨਹੀਂ ਚਾਹੁੰਦੀ ਅਤੇ ਤਾਰੀਆਂ ਲਗਾਉਂਦੀ ਹੈ, ਤਿਵੇਂ ਮਨ ਨੂੰ ਬਾਣੀ ਦੇ ਸਰੋਵਰ ਵਿੱਚ ਤਾਰੀਆਂ ਲਗਵਾਉਂਦੇ ਰਹਿਣਾ ਹੁਕਮ ਕੀਤਾ। ਮਨ ਜਾਗੇ ਕਿ ਇਹੀ ਨਿਸ਼ਾਨੀ ਪ੍ਰਿਆ ਲਾਗਿਆ ਔਰ ਸਤਿਗੁਰ ਬਾਣੀ। ਧਨ ਸਿੱਖ ਜਿਨ ਕੇ ਉਹ ਭਾਈ, ਸਮਸਲਿਤਾ ਮਨ ਮੀਨ ਬਣਾਈ। ਸਿਰ ਸਿਰ ਰਿਜਕ ਸੰਭਾਰ ਠਾਕੁਰ। ਸੇਵਾ ਰਾਮ ਦੀਆਂ ਪਰਚੀਆਂ ਵਿੱਚ ਇੱਕ ਸਾਖੀ ਇਸ ਪ੍ਰਕਾਰ ਵੀ ਆਉਂਦੀ ਹੈ ਕਿ ਗੁਰੂ ਹਰਿਰਾਏ ਜੀ ਦੇ ਦਰਬਾਰ ਇੱਕ ਸਿੱਖ ਹਾਜ਼ਰ ਹੋਇਆ ਅਤੇ ਉਸਨੇ ਬੇਨਤੀ ਕੀਤੀ ਕਿ ਉਹ ਚਿੰਤਾ ਵਿੱਚ ਮਰ ਰਿਹਾ ਹੈ। ਉਸ ਦਾ ਜਵਾਨ ਬੱਚਾ ਹੁਣੇ ਹੀ ਗੁਜ਼ਰਿਆ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ। 2 ਛੋਟੇ ਬੱਚੇ, ਇੱਕ ਬੱਚੀ ਅਤੇ ਇੱਕ ਪਤਨੀ ਹੈ। ਜੇ ਗੁਰੂ ਨਾ ਕਰੇ ਕਿ ਮੈਨੂੰ ਵੀ ਕੁਝ ਹੋ ਗਿਆ ਤਾਂ ਉਹਨਾਂ ਦਾ ਕੀ ਬਣੇਗਾ। ਮਹਾਰਾਜ ਨੇ ਬਹੁਤ ਸਮਝਾਇਆ ਕਿ ਰਿਜ਼ਕ ਵਾਹਿਗੁਰੂ ਹੈ, ਸਭਨਾ ਜੀਆਂ ਕਾ ਇੱਕ ਦਾਤਾ ਹੈ। ਪਹਿਲਾਂ ਦੇ ਤਾਂ ਰਿਜ਼ਕ ਸੰਭਾਹਾਂ ਪਿੱਛੋਂ ਪ੍ਰਭੂ ਨੇ ਜੰਤ ਬਣਾਏ ਹਨ, ਪਰ ਉਸ ਦੀ ਤਸੱਲੀ ਨਾ ਹੋਈ। ਮੁਕੰਮਲ ਯਕੀਨ ਦਿਵਾਉਣ ਲਈ ਦਾਤੇ ਨੇ ਇੱਕ ਬੰਦ ਚਿੱਠੀ ਉਸ ਨੂੰ ਦਿੱਤੀ ਕਿ ਕਾਬਲ ਵਿੱਚ ਇੱਕ ਸਿੱਖ ਨੂੰ ਦੇ ਆਵੇ, ਕਾਰਜ ਸਰ ਜਾਣਗੇ। ਉਸ ਚਿੱਠੀ ਵਿੱਚ ਮਹਾਰਾਜ ਨੇ ਲਿਖਿਆ ਸੀ ਕਿ ਇਸ ਨੂੰ ਘੱਟ ਤੋਂ ਘੱਟ 6 ਮਹੀਨੇ ਨਾ ਆਉਣ ਦੇਣ, ਪਾਸ ਨੇੜੇ ਰੱਖਣ। ਜਦ ਕੁਝ ਦਿਨ ਘਰ ਨਾ ਪੁੱਜਾ ਤਾਂ ਘਰ ਵਾਲਿਆਂ ਸਮਝਿਆ ਕਿ ਹੁਕਮ ਸੱਤ ਹੋ ਗਿਆ ਹੈ। ਪਿੰਡ ਵਾਲਿਆਂ ਸੰਗਤ ਕਰਕੇ ਫੈਸਲਾ ਕੀਤਾ ਕਿ ਇਸ ਸਵਾਣੀ ਦਾ ਕੋਈ ਕਮਾਉਣ ਵਾਲਾ ਨਹੀਂ, ਸੋ ਸੰਗਤ ਆਪਣੀ ਉਪਜ ਦੇ ਦਸਵੰਧ ਵਿੱਚੋਂ ਉਸ ਨੂੰ ਹਿੱਸਾ ਦਿੱਤਾ ਜਾਏ। ਘਰ ਅੰਬਾਰ ਲੱਗ ਗਏ, ਹੱਥ ਸੌਖਾ ਹੋ ਗਿਆ। ਕੰਨਿਆ ਤੇ ਉਸ ਦੀ ਮਾਂ ਨੂੰ ਇੱਕ ਮਾਈ ਨੇ ਕਸੀਦਾ ਕੱਢਣਾ ਸਿਖਲਾ ਦਿੱਤਾ। ਬੱਚਿਆਂ ਨੂੰ 2 ਹਟਵਾਣੀਆਂ ਨੇ ਪਾਸ ਨੌਕਰ ਰੱਖ ਲਿਆ। ਪੇਟ ਦਾ ਫਿਕਰ ਮੁੱਕਾ। ਜਦ ਕੁਝ ਮਹੀਨਿਆਂ ਬਾਅਦ ਉਹ ਹੀ ਪੁਰਸ਼ ਚਿੰਤਾ ਵਿੱਚ ਗ੍ਰਸਿਆ ਘਰ ਪੁੱਜਾ ਅਤੇ ਬਾਗ ਪਰਿਵਾਰ ਸੁਖੀ ਦੇਖ ਹੈਰਾਨ ਹੋਇਆ ਤਾਂ ਗੁਰੂ ਦੀ ਚਰਨੀ ਆਣ ਢੱਠਾ ਤੇ ਕਿਹਾ, ਤੁਸੀਂ ਬਚਾ ਲਿਆ। ਗੁਰੂ ਜੀ ਨੇ ਕਿਹਾ, ਉਦਮ ਕਰਨਾ ਸਾਡਾ ਫਰਜ਼ ਹੈ। ਉਧਰ ਪੂਰਨਾ ਦੀ ਚਿੰਤਾ ਵਿੱਚ ਜੀਵਨ ਗੁਜ਼ਾਰ ਦੇਣਾ ਸਿੱਖੀ ਨਹੀਂ। ਵਾਹਿਗੁਰੂ ਪਾਸ ਰਿਜ਼ਕ ਪਹੁੰਚਾਉਣ ਦੇ 10 ਦਰਵਾਜ਼ੇ ਹਨ। ਰਿਜ਼ਕ ਵਿਹਾਉਣਾ ਕੋਈ ਨਹੀਂ ਰਹਿਣ ਦਿੰਦਾ। ਪਰਮੇਸ਼ਰ ਤਾਂ ਜੀਆਂ ਨੂੰ ਉੱਥੇ ਵੀ ਰਿਜ਼ਕ ਪਹੁੰਚਾਉਂਦਾ ਹੈ ਜਿੱਥੇ ਇਹ ਚੇਤਾ ਵੀ ਨਹੀਂ ਹੁੰਦਾ ਕਿ ਰਿਜ਼ਕ ਪੁੱਜ ਸਕੇਗਾ। ਇਹ ਜੋ ਸੰਸੇ ਮਾਇਆ ਦੇ ਦਿੱਤੇ ਹਨ, ਜੀ ਕਿਉਂ ਪਰਚੇ ਨਿਮਿਤ ਦਿੱਤੇ ਹਨ ਅਤੇ ਜੀਵ ਭੁੱਲੇ ਹੋਏ ਇਉਂ ਜਾਣਦੇ ਹਨ ਕਿ ਅਸੀਂ ਧੰਦਾ ਕਰਕੇ ਰਿਜ਼ਕ ਖਾਂਦੇ ਹਾਂ। ਜਿੰਨਾ ਰਿਜ਼ਕ ਪਰਮੇਸ਼ਰ ਸਿਉਂ ਜਾਣਿਆ ਹੈ, ਸੋ ਪਰਮੇਸ਼ਰ ਸਾਥ ਪਰਚੇ ਹੈ ਅਤੇ ਧੰਦੇ ਸਾਥ ਨਹੀਂ ਪਰਚੇ। ਰਿਆਸਤ ਤੇ ਰਮਜਾਂ ਖੋਲ ਦਿੰਦੇ।
ब्राह्मण लोग सिखां नूं वाद विवाद विच पाउण दी बहुत कोशिश करते सन, पर सिखां ने गुरु दे बचनां ते इतना अटल विश्वास कर लिया कि ब्राह्मण भरमां पुचला नहीं सन सकदे। जद भी ब्राह्मणां ने कोई अड़ाउणी पाउणी, सिखां गुरु दा राह के हल करवा लैनी। एक ब्राह्मण ने सिखां नूं कहा, तुहानूं तां पता ही नहीं अजाप वस्तु किहड़ी है, मन दा मेर कौन है अते जी दी कोठड़ी कित्थे। सिखां जद यह गल गुरु जी नूं आण दसी तां गुरु हर राय जी ने कहा, अजाप वस्तु होर कोई नहीं शब्द दा ज्ञान है, मन दा मेर मत है, जी दी कोठड़ी सुरत है। बाकी ਇਹ ਚਤੁਰਾਈਆਂ ਭਰਮ ਭੁਲੇਖੇ ਪਾਉਣ ਲਈ ਹਨ। ਗੁਰੂ ਦੇ ਦਿੱਤੇ ਸ਼ਬਦ ਨਾਲ ਮਤ ਨੂੰ ਕਾਬੂ ਕਰਕੇ ਸੁਰਤ ਨੂੰ ਕੋਠੜੀ ਟਿਕਾ ਲੈਣਾ ਹੀ ਕਰਮਨ ਸਿਰ ਕਰਮਾ ਹੈ। ਜਦ ਪੰਡਤ ਨੇ ਇਹ ਬਚੇ ਸੁਣੇ ਤੇ ਬੋਲ ਉੱਠਿਆ, ਨਿਰਸਨ ਦੇ ਗੁਰੂ ਸੰਸਾਰ ਉਤਾਰਿਆ ਹੈ। ਕਰਨ ਯੋਗ ਕਾਰਜ। ਸਿੱਖਾਂ ਇੱਕ ਵਾਰੀ ਪੁੱਛਿਆ, ਸੱਚੇ ਪਾਤਸ਼ਾਹ ਕਰਨ ਅਤੇ ਨਾ ਕਰਨ ਯੋਗ ਕੰਮ ਕੀ ਹਨ। ਗੁਰੂ ਮਹਾਰਾਜ ਨੇ ਕਿਹਾ, ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ, ਮੇਲਾ ਸ਼ਬਦ ਦਾ ਕਰਨਾ, ਜਿੱਥੇ ਗੁਰੂ ਦਾ ਸ਼ਬਦ ਹੋਵੇ ਤਿੱਥੇ ਮਿਲਣਾ, ਜਿੱਥੇ ਗੁਰੂ ਵਿਸਰੇ ਤਿੱਥੇ ਮਿਲਣਾ ਨਹੀਂ। ਅੰਮ੍ਰਿਤ ਵੇਲੇ ਜਪ ਦਾ ਪਾਠ ਨਿਤ ਕਰਨਾ ਹੈ, ਪੂਰੀ ਤਰ੍ਹਾਂ ਲੀਨ ਹੋ ਕੇ ਜਪ ਪੜ੍ਹਨਾ ਹੈ। ਜਪ ਪੜ੍ਹੇ ਨਿਰੰਚੋ, ਪੜ੍ਹਦਿਆਂ ਚਿੱਤ ਟਿਕਿਆ ਰਹੇ ਅਤੇ ਆਦ ਅੰਤ ਤੀਕ ਮਨ ਹਜੂਰ ਰਹੇ ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿੱਚ ਹਾਜ਼ਰ ਰਹੇਗਾ ਅਤੇ ਪਿੱਛੇ ਲੱਗਾ ਫਿਰੇਗਾ। ਕਿਸੇ ਚੀਜ਼ ਦੀ ਤੋਟ ਕਦੇ ਨਹੀਂ ਆਵੇਗੀ। ਯਾਦ ਰੱਖਣਾ, ਜਪ ਤੋਂ ਉੱਤੇ ਕੋਈ ਕਰਮ ਨਹੀਂ। ਰਾਤ ਨੂੰ ਕੀਰਤਨ ਸੋਹਲਾ ਕਰਕੇ ਸਵੇਂ, ਸੁਖ ਦੀ ਨੀਂਦ ਲਵੇਂ, ਸੰਗਤ ਨਿਤ ਜਾਏ, ਹੱਥ ਖਾਲੀ ਨਹੀਂ ਜਾਣਾ, ਭਾਵੇਂ ਚੁਟਕੀ ਆਟਾ ਲੈ ਕੇ ਜਾਵੇ। ਗੁਰਦੁਆਰੇ ਜਾ ਕੇ ਹੋਰ ਕੋਈ ਕਾਰਜ ਗੱਲ ਜਾਂ ਵਾਕ ਨਹੀਂ ਕਰਨਾ, ਗੁਰੂ ਦੀ ਨਾਰਾਜ਼ਗੀ ਹੁੰਦੀ ਹੈ। ਕੀਰਤਨ ਸੁਣਨਾ, ਕੀਰਤਨ ਬਗੈਰ ਛੁੱਟ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਸ਼ਬਦ ਰਾਗ ਅੰਮ੍ਰਿਤ ਹੈ, ਰਾਗ ਪਾਏ ਗਾਵੀਏ ਤਾਂ ਮਹਾ ਅੰਮ੍ਰਿਤ ਹੋਏ, ਆਤਮੇ ਅੰਦਰ ਭੇਟੇ। ਜੇ ਬਿਨਾ ਰਾਗ ਜੇ ਮੱਧਮ ਰਾਗ ਗਾਵੀਏ ਤਾਂ ਵੀ ਮਹਾ ਅੰਮ੍ਰਿਤ ਹੈ। ਪਰ ਰਾਗ ਜਾਣ ਅਣਜਾਣ ਨੂੰ ਵਿੰਨ੍ਹਦਾ ਹੈ ਅਤੇ ਬਿਨਾ ਰਾਗ ਅਣਜਾਣ ਨੂੰ ਨਾਹੀਂ ਭਿੱਜਦਾ, ਪਰ ਸੁਣੇ ਤੇ ਸਭਨਾਂ ਨੂੰ ਫਲ ਦਿੰਦਾ ਹੈ। ਅਰਥੀਲੇ ਦੁਖੀਏ ਨਿਮਾਣੇ ਨੂੰ ਮਾਣ ਦੇਵੇ, ਦੁਰਕਾਰੇ ਨਹੀਂ, ਪਰ ਉਪਕਾਰ ਕਰੇ ਕਰਾਵੇ, ਆਪਣੀ ਕਿਰਤ ਸਭ ਕੋਈ ਕਰੇ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ, ਕਿਰਤ ਕਰਦਿਆਂ ਦੇਹੀ ਸੁੱਚੀ ਹੁੰਦੀ ਹੈ। ਇਹ ਗੱਲ ਗੁਰੂ ਨੂੰ ਖੁਸ਼ੀ ਆਉਂਦੀ ਹੈ। ਭੈ ਵਿੱਚ ਹੀ ਕਾਰ ਕਰਨੀ, ਇਉਂ ਨਹੀਂ ਕਰਨਾ ਕਿ ਖੁਸ ਖੋਹ ਅੰਦਰਾ ਵਾੜਨੀ। ਧਰਮ ਦੀ ਕਿਰਤ ਕਰਨੀ, ਅੰਗ ਭੰਗ ਨੂੰ ਖਵਾਲਣਾ ਬੜਾ ਅਨੇਕ ਕਰਮ ਹੈ। ਐਥਨਿਕ ਮਰੰਕੋ ਨੇ ਟਰਾਂਸਫਰਮੇਸ਼ਨ ਆਫ ਸਿੱਖ ਸੁਸਾਇਟੀ ਵਿੱਚ ਇਸ ਪ੍ਰਥਾਏ ਲਿਖਿਆ ਸੀ ਕਿ ਸਿੱਖ ਸੇਵਾ ਕਰਨਾ ਧਰਮ ਕਰ ਜਾਣਦਾ ਹੈ, ਕਿਸੇ ਦੂਜੇ ਦੀ ਸੇਵਾ ਪ੍ਰਭੂ ਸੇਵਾ ਦਾ ਰਾਹ ਕਰ ਜਾਣਨਾ ਹੈ। ਕਿਤਨੇ ਹੀ ਕੰਮ ਹੋਣ, ਗੁਰੂ ਦਾ ਦਰ ਨਹੀਂ ਛੱਡਣਾ। ਆਪਣੇ ਸਭ ਕੰਮ ਛੱਡ ਗੁਰੂ ਕੰਮ ਜਾਵਣਾ, ਜਾਂ ਗੁਰੂ ਕਾ ਕੰਮ ਸੰਵਰੇ ਤਾਂ ਆਪਣੇ ਕੰਮ ਲੱਗਣਾ। ਗੁਰ ਉਸ ਪੁਰਖ ਦਾ ਕੰਮ ਆਪੇ ਕਰਦਾ ਹੈ। ਵੱਡਾ ਕਾਰਜ ਹੈ ਕਿਸੇ ਨੂੰ ਗੁਰੂ ਤੋਂ ਬੇਮੁਖ ਵੇਖੇ, ਗੁਰੂ ਵੱਲ ਮੂੰਹ ਭਵਾਵੇ, ਆਤਮ ਬ੍ਰਹਮ ਦੀ ਪਛਾਣ ਕਰੇ। ਸਭਨਾ ਜੀਆਂ ਕਾ ਭਲਾ ਮਨਾਉਣਾ ਆਤਮ ਬ੍ਰਹਮ ਦੀ ਪਛਾਣ ਹੈ। ਮਹਾਂਪੁਰਖਾਂ ਦੀ ਸੰਗਤ ਲੋਚ ਕਰ ਕਰਨੀ, ਕਿਉਂਕਿ ਪ੍ਰਭੂ ਕੁਦਰਤ ਕਰ ਮਹਾਂਪੁਰਖਾਂ ਕੇ ਆਤਮੇ ਵਸਦਾ ਹੈ। ਪਰ ਯਾਦ ਰੱਖਣਾ, ਪ੍ਰਗਟ ਗੁਰ ਕਾ ਸ਼ਬਦ ਹੈ ਅਤੇ ਬਿਨ ਸ਼ਬਦ ਮੁਕਤਾ ਨਹੀਂ। ਆਤਮਾ ਪਰਮਾਤਮਾ ਦੋਵੇਂ ਹੀ ਦੇਹੀ ਵਿੱਚ ਵਸਦੇ ਹਨ। ਆਤਮਾ ਮਾਇਆ ਤ੍ਰਿਸ਼ਨਾ ਵਿਆਪਤ ਹੈ ਅਤੇ ਪਰ ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ। ਪਰ ਆਤਮਾ ਨੂੰ ਛੁੱਟ ਕੀਰਤਨ ਹੋਰ ਕੋਈ ਨਹੀਂ ਰਿਝਾ ਸਕਦਾ। ਸੋ ਕੀਰਤਨ ਰਾਹੀਂ ਜਦ ਆਤਮਾ ਪਰ ਪਰਮਾਤਮਾ ਨੂੰ ਮਿਲਦੀ ਹੈ ਤਦ ਮੁਕਤਾ ਹੁੰਦਾ ਹੈ। ਗੁਰੂ ਆਖਿਆ ਹੈ, ਗੁਰ ਅਨੁਸਾਰੀ ਲੋਕ ਅਪਾਰੀ। ਸਿੱਖ ਇਤਿਹਾਸ ਨੇ ਅਨੇਕਾਂ ਹੀ ਉਹਨਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ ਜੋ ਗੁਰੂ ਦੇ ਬਚਨ ਸੁਣ ਜੀਵਨ ਸਵਾਰ ਲੁਕਾਈ ਨੂੰ ਸਿੱਧੇ ਰਾਹ ਪਾਉਂਦੇ ਹਨ। ਗੁਰ ਅਨੁਸਾਰੀ ਲੋਕ ਅਪਾਰੀ ਦੇ ਸ਼ਬਦ ਗਿਆਨੀ ਗਿਆਨ ਸਿੰਘ ਨੇ ਵਰਤੇ ਹਨ। ਉਹਨਾਂ ਭਾਈ ਰਾਓ, ਭਾਈ ਦਾਊ, ਭਾਈ ਰੌਣਕ, ਭਾਈ ਦਾਨਾ, ਭਾਈ ਦੁੱਲਾ, ਭਾਈ ਸੁੱਖਾ, ਭਾਈ ਰਤਨ, ਭਾਈ ਮੁਖੀਆ, ਭਾਈ ਡੋਗਰ, ਭਾਈ ਰਾਮਾ ਕੰਗ, ਭਾਈ ਸਾਗਤ, ਭਾਈ ਬਿੱਗਾ, ਭਾਈ ਬਧਾਵਾ, ਭਾਈ ਉਰੀਆ, ਭਾਈ ਅਮਰ ਸ਼ਾਹ, ਭਾਈ ਇੰਦਰਮਲ, ਭਾਈ ਸੰਤੂ, ਭਾਈ ਸੂਜਾ, ਭਾਈ ਸੁਦਾ, ਭਾਈ ਸ਼ਿਵ ਦਿਆਲ, ਭਾਈ ਸਮਾਲ ਨਾਥ,
ਭਾਈ ਸੌਣ ਰਾਏ, ਭਾਈ ਸਿੰਧਾ, ਭਾਈ ਧੌਲ ਸ਼ਾਹ, ਭਾਈ ਸੁਹੇਲਾ ਜੀ, ਭਾਈ ਰਾਏ, ਭਾਈ ਖੇਮਾ, ਭਾਈ ਧੰਨਾ ਜਿੰਦਵੜੀ, ਭਾਈ ਵਲੀ ਜੋਧਾ, ਭਾਈ ਜੰਤੂ, ਭਾਈ ਜਿੰਤਾ, ਭਾਈ ਤਰਨਾ, ਭਾਈ ਬਿੰਜੂ, ਭਾਈ ਕਰੀਆ, ਭਾਈ ਲੋਡੂ ਅਤੇ ਭਾਈ ਬਿੰਦਾ ਰੋਪੜ ਵਾਲੇ, ਭਾਈ ਨਾਰਾਇਣ ਦਾਸ, ਭਾਈ ਤਾਰਾ ਚੰਦ ਅਤੇ ਭਾਈ ਚੰਦਾ ਹੁਸ਼ਿਆਰਪੁਰ ਵਾਲੇ, ਭੱਟ ਨਿਰਦਾਸ ਅਤੇ ਭਾਈ ਨਿਧਾਨ ਜੀ, ਭਾਈ ਬੁੱਧਾ, ਭਾਈ ਬਸੰਤਾ, ਰਾਜਾ ਭੂਪ ਸਿੰਘ, ਸਿੰਧ ਚੰਦਰਨਾਥ, ਸਿੰਧ ਰੇਮਨਾਥ, ਹੰਡੀਰੀਆਂ ਵਾਲਾ ਦਾ ਉਚੇਚਾ ਜ਼ਿਕਰ ਕੀਤਾ ਹੈ। ਇਹ ਸਭ ਸਿੱਖ ਪਹਿਲਾਂ ਗੁਰੂਦਾਰ ਹਾਜ਼ਰੀਆਂ ਭਰਦੇ ਅਤੇ ਫਿਰ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ। ਕੁਝ ਐਸੇ ਵੀ ਸਨ ਜਿਨ੍ਹਾਂ ਦੇ ਸੰਤੋਖੀ ਸੁਭਾਅ, ਦ੍ਰਿੜ ਅਕੀਦਿਆਂ ਅਤੇ ਅਨੰਨ ਸੇਵਕੀ ਦੀਆਂ ਉਦਾਹਰਨਾਂ ਇਤਿਹਾਸ ਵਿੱਚ ਉਜਾਗਰ ਹਨ। ਇੱਥੇ ਉਹਨਾਂ ਵਿੱਚੋਂ ਤਿੰਨਾਂ ਭਾਈ ਪੁੰਗਰ, ਭਾਈ ਬਿਧੀ ਚੰਦ ਸੋਸਨ ਅਤੇ ਭਾਈ ਕਾਲਾ ਦਾ ਜ਼ਿਕਰ ਕਰਨਾ ਢੁਕਵਾਂ ਰਹੇਗਾ। ਭਾਈ ਪੁੰਗਰ ਜੀ ਸਿੱਖ ਸਬਰ ਸੰਤੋਖ ਦੀ ਮੂਰਤ ਹੀ ਬਣ ਗਏ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਉਹਨਾਂ ਸਿਰਫ ਸਿਧਾਂਤਕ ਤੌਰ ਤੇ ਹੀ ਨਹੀਂ ਸੀ ਅਪਣਾਇਆ, ਸਗੋਂ ਅਮਲੀ ਜੀਵਨ ਵਿੱਚ ਵੀ ਢਾਲ ਲਿਆ ਸੀ। ਹੱਕ ਪਰਾਇਆ ਅਤੇ ਪਰਾਈ ਚੋਪੜੀ ਵੱਲ ਉਹ ਤੱਕਦੇ ਵੀ ਨਹੀਂ ਸਨ। ਕਿਰਤ ਦੀ ਰੁੱਖੀ ਸੁੱਖੀ ਉਹਨਾਂ ਲਈ ਛੱਤੀ ਪਦਾਰਥਾਂ ਦੇ ਸਮਾਨ ਸੀ। ਭਾਈ ਪੁੰਗਰ ਜੀ ਇੱਕ ਐਸੇ ਹੀ ਗੁਰਸਿੱਖ ਸਨ। ਪਰਾਏ ਪਦਾਰਥ ਨੂੰ ਅੱਗ ਦਾ ਚਿੰਗਾੜਾ ਸਮਝਦੇ ਸਨ। ਕਿਰਸਾਨੀ ਕਰਕੇ ਗੁਜ਼ਾਰਾ ਕਰਦੇ ਅਤੇ ਆਏ ਗਏ ਦੀ ਦਿਲੋਂ ਸੇਵਾ ਕਰਦੇ। ਆਪਣੇ ਪਸ਼ੂਆਂ ਤੱਕ ਨੂੰ ਉਹਨਾਂ ਐਸਾ ਸਿਧਾਇਆ ਸੀ ਕਿ ਉਹ ਦੂਜੇ ਦੇ ਖੇਤ ਦੇ ਕੱਖ ਵੱਲ ਮੂੰਹ ਨਹੀਂ ਸੀ ਕਰਦੇ। ਹਰ ਆਏ ਦੀ ਪੁੰਗਰ ਜੀ ਖੁੱਲ੍ਹੇ ਦਿਲ ਸੇਵਾ ਕਰਦੇ। ਹਰ ਆਏ ਪ੍ਰਤੀ ਸੇਵਾ ਦੀ ਲਗਨ ਦੇਖ ਇੱਕ ਸਾਧੂ ਨੇ ਉਹਨਾਂ ਨੂੰ ਰਸਾਇਣ ਭੇਟਾ ਕੀਤੀ, ਜਿਸ ਦੇ ਪ੍ਰਯੋਗ ਨਾਲ ਲੋਹਾ ਵੀ ਸੋਹਣਾ ਹੋ ਜਾਏ। ਵਿਧੀ ਵੀ ਦੱਸੀ। ਵਰੇ ਪਿੱਛੋਂ ਉਹ ਹੀ ਸਾਧੂ ਜਦ ਭਾਈ ਜੀ ਨੂੰ ਮਿਲਣ ਆਇਆ ਤਾਂ ਉੱਥੇ ਉਸੇ ਤਰ੍ਹਾਂ ਦੀ ਸੰਤੋਖੀ ਜ਼ਿੰਦਗੀ ਦੇ ਵਿਹਾਰ ਦੇਖ ਪੁੱਛ ਬੈਠਾ ਕਿ ਮੇਰਾ ਰਸਾਇਣ ਤੁਸਾਂ ਵਰਤਿਆ ਨਹੀਂ। ਭਾਈ ਪੁੰਗਰ ਜੀ ਨੇ ਆਲੇ ਵਿੱਚ ਰੱਖੀ ਪੋਟਲੀ ਵਾਲੇ ਇਸ਼ਾਰਾ ਕਰਕੇ ਕਿਹਾ, ਉੱਥੇ ਪਿਆ ਹੈ ਤੇਰਾ ਪਾਰਸ, ਵਾਪਸ ਲੈ ਜਾਓ। ਸਾਧੂ ਹੈਰਾਨ ਹੋਇਆ ਤਾਂ ਭਾਈ ਸਾਹਿਬ ਉਸ ਨੂੰ ਆਪਣੇ ਖੇਤਾਂ ਵਿੱਚ ਲੈ ਗਏ ਅਤੇ ਦੱਸਿਆ ਕਿ ਉਹਨਾਂ ਦੇ ਹੀ ਖੇਤਾਂ ਵਿੱਚ ਬਾਦਸ਼ਾਹ ਦਾ ਗੁਪਤ ਖਜ਼ਾਨਾ ਦੱਬਿਆ ਪਿਆ ਹੈ ਅਤੇ ਕੇਵਲ ਉਹੀ ਹੀ ਜਾਣਦੇ ਹਨ। ਪਰ ਨਜ਼ਰ ਕਦੇ ਨਹੀਂ ਗਈ। ਸਾਨੂੰ ਹੁਕਮ ਕੇਵਲ ਹੱਕ ਦੀ ਕਮਾਈ ਖਾਣ ਦਾ ਹੈ। ਸਾਧੂ ਦੇ ਵੀ ਕਪਾਟ ਖੁੱਲ੍ਹ ਗਏ। ਸਾਧੂ ਜੋ ਵਰਿਆਂ ਤੋਂ ਭਟਕ ਰਿਹਾ ਸੀ ਉਸ ਨੂੰ ਟਿਕਾ ਮਿਲਿਆ। ਭਾਈ ਬਿਧੀ ਚੰਦ ਸੋਸਨ ਡਰੋਲੀ ਦੇ ਨੇੜੇ ਹੀ ਪਿੰਡ ਸੋਸਨ ਦੇ ਰਹਿਣ ਵਾਲੇ ਭਾਈ ਬਿਧੀ ਚੰਦ ਜਵਾਲਾਮੁਖੀ ਨੂੰ ਜਾਂਦੇ। ਜਦ ਕਿਰਤਪੁਰ ਆਏ ਤਾਂ ਉੱਥੋਂ ਹੀ ਮਰਿਆਦਾ ਦੇਖ ਉੱਥੋਂ ਦੇ ਹੀ ਹੋ ਗਏ। ਅੰਮ੍ਰਿਤ ਵੇਲੇ ਜਦ ਟੁਰਨ ਲੱਗੇ ਤਾਂ ਦੇਵੀ ਨੂੰ ਗੁਰ ਦਰਬਾਰ ਝਾੜੂ ਕਰਦੇ ਡਿੱਠਾ। ਗੁਰੂ ਜੀ ਦੇ ਹਜ਼ੂਰ ਪੁੱਜ ਬ੍ਰਹਮ ਗਿਆਨ ਨੂੰ ਪਾਇਆ ਅਤੇ ਜੀਵਨ ਜੁਗਤ ਸਿੱਖ ਕੇ ਇਲਾਕੇ ਵਿੱਚ ਪ੍ਰਚਾਰ ਕੀਤਾ। ਉਸੇ ਦੇ ਬੇਟੇ ਮਹਾਨੰਦ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ਰਨ ਰਹਿ ਬਹੁਤ ਹੀ ਨਾਮ ਨਾ ਖੱਟਿਆ। 9ਵੇਂ ਪਾਤਸ਼ਾਹ ਨੇ ਮੰਜੀ ਵੀ ਬਖਸ਼ੀ। ਸਾਰਾ ਹੀ ਖਾਨਦਾਨ ਗੁਰੂ ਘਰ ਦਾ ਭੌਰਾ ਬਣਿਆ। ਭਾਈ ਕਾਲੀ ਦੁਲੱਟ ਗੁਰੂ ਜੀ ਸਦਾ ਕਹਿੰਦੇ ਸਨ ਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਸਿੱਖ ਤ੍ਰਿਪਤੇ ਤਾਂ ਉਹ ਆਪੇ ਤ੍ਰਿਪਤ ਹੋ ਜਾਂਦੇ ਹਨ। ਲੋੜਵੰਦ ਦੀ ਲੋੜ ਨੂੰ ਆਪਣੀ ਲੋੜ ਵਾਂਗੂ ਜਾਣਨਾ ਹੀ ਸਿੱਖੀ ਹੈ। ਭਾਈ ਕਾਲਾ ਦੁਲਟ ਗੁਰੂ ਘਰ ਦੀ ਖੇਤੀਬਾੜੀ ਦੀ ਸੰਭਾਲ ਕਰਦੇ ਸਨ। ਗੁਰੂ ਜੀ ਜਦ ਉਹਨਾਂ ਨੂੰ ਕਲਿਆਣਪੁਰ ਦੀ ਖੇਤੀ ਦੀ ਉਪਜ ਲਿਆਉਣ ਲਈ ਭੇਜਿਆ ਤਾਂ ਉਹਨਾਂ ਡਿੱਠਾ ਕਿ ਲੋੜਵੰਦਾਂ ਦੀ ਭੀੜ ਲੱਗੀ ਪਈ ਹੈ। ਯਾਦ ਰਵੇ ਕਿ ਇਹ ਉਹ ਸਮਾਂ ਸੀ ਜਦ ਕਾਲ ਨੇ ਇਲਾਕੇ ਨੂੰ ਗ੍ਰਸਿਆ ਹੋਇਆ ਸੀ। ਭਾਈ ਜੀ ਨੇ ਸਾਰੀ ਉਪਜ ਅਭਿਆਗਤਾਂ ਨੂੰ ਵੰਡ ਦਿੱਤੀ ਅਤੇ ਖਾਲੀ ਹੱਥ ਗੁਰੂ ਦਰਬਾਰ ਹਾਜ਼ਰ ਹੋਏ। ਗੁਰੂ ਜੀ ਨੂੰ ਉਹਨਾਂ ਨੇ ਸਾਰੀ ਵਿਥਿਆ ਸੁਣਾਈ ਅਤੇ ਇਹ ਬੇਨਤੀ ਕੀਤੀ ਕਿ ਆਪ ਜੀ ਦੇ ਹੁਕਮ ਅਨੁਸਾਰ ਗਰੀਬ ਦੇ ਮੂੰਹ ਪਾ ਆਇਆ ਹਾਂ। ਇੱਥੇ ਵੀ ਸੰਗਤਾਂ ਨੇ ਛਕਣਾ ਸੀ ਅਤੇ ਉੱਥੇ ਵੀ ਆਪ ਜੀ ਦੇ ਸੇਵਕਾਂ ਦੀ ਉਦਾਰ ਪੂਰਨਾ ਹੋਈ ਹੈ। ਗੁਰੂ ਪਾਤਸ਼ਾਹ ਨੇ ਸਿੱਖਾ ਨਿਹਾਲ ਕਿਹਾ। ਭਾਗ 7ਵਾਂ ਬਖਸ਼ਾਂ। ਬਖਸ਼ਾਂ ਭਾਈ ਸਰਦੂਲ ਸਿੰਘ ਜੀ ਨੇ ਜਿੱਥੇ ਗੁਰੂ ਉਪਮਾ ਵਿੱਚ ਹੋਰ ਗੱਲਾਂ ਦਾ ਵਰਣਨ ਕੀਤਾ ਹੈ ਉੱਤੇ ਅਚੇਚਾ ਇਹ ਲਿਖਿਆ, ਸੁਥਰੇ ਅਤੇ ਉਦਾਸੀ ਸਾਧੂ ਕੀਨਾ ਇਨਕਾ ਭੇਖ ਅਗਾਦੂ। ਜੇ ਚਾਰ ਧੂਆਂ ਨੇ ਸਿੱਖੀ ਨਗਰ ਨਗਰ ਪਹੁੰਚਾਈ, ਗੁਰੂ ਧਾਮ ਕਾਇਮ ਕੀਤੇ ਅਤੇ ਅਨੇਕਾਂ ਜੀਵਾਂ ਵਿੱਚ ਸਿੱਖੀ ਦਾ ਬੀਜ ਬੋਇਆ ਤਾਂ ਇਹ ਗੁਰੂ ਹਰ ਰਾਏ ਜੀ ਦੀ ਰਹਿਮਤ ਸਦਕਾ ਸੀ ਕਿ ਉਹਨਾਂ ਸਿੱਖਾਂ ਨੂੰ ਚੁਣ ਸਵਾਰ ਯੋਗ ਬਣਾ ਅਤੇ ਬਖਸ਼ਿਸ਼ਾਂ ਦੇ ਕੇ ਨਿਰੋਲ ਪ੍ਰਚਾਰ ਦੇ ਕਾਰਜ ਲਗਾ ਦਿੱਤਾ। ਇਹਨਾਂ ਬਖਸ਼ਾਂ ਦਾ ਸਦਕਾ ਹੁਣ ਕੋਈ ਐਸਾ ਕੋਨਾ ਨਾ ਰਿਹਾ ਜਿੱਥੇ ਗੁਰਦੁਆਰਾ ਨਾ ਹੋਵੇ, ਲੰਗਰ ਨਾ ਲੱਗੇ ਅਤੇ ਵਿਦਿਆ ਦੇ ਸੇਵਾ ਦੇ ਕੇਂਦਰ ਨਾ ਬਣੇ ਹੋਣ। ਕੁੱਲ 12 ਬਖਸ਼ਾਂ ਇਤਿਹਾਸਕਾਰਾਂ ਨੇ ਲਿਖੀਆਂ ਹਨ। ਇਹਨਾਂ ਵਿੱਚੋਂ 10 ਨੇ
ਗੁਰੂ ਹਰਿਰਾਏ ਜੀ ਕੋਲੋਂ ਬਖਸ਼ਿਸ਼ ਪਾਈ ਸੀ ਅਤੇ ਇਸੇ ਲਈ ਨਾਮ ਹੀ ਬਖਸ਼ ਪਿਆ। ਬਖਸ਼ ਸੰਗਤ ਸਾਹਿਬ ਰਾਵੀ ਤੇ ਬਿਆਸ ਦੀ ਦੁਆਬ ਦੇ ਵਿਚਕਾਰਲੇ ਇਲਾਕੇ ਨੂੰ ਵੀ ਲੰਮਾ ਦੇਸ ਕਹਿੰਦੇ ਹਨ। ਇਸੇ ਲੰਮੇ ਦੇਸ ਵਿੱਚ ਮੀਏ ਕੇ ਮੋੜ ਦੇ ਪਰਗਣਾ ਵਿੱਚ ਤਹਿਸੀਲ ਚੂਨੀਆਂ ਲਾਹੌਰ ਜ਼ਿਲ੍ਹਾ ਵਿੱਚ ਪਿੰਡ ਅੰਬ ਮਾੜੀ ਹੈ। ਇਸ ਪਿੰਡ ਵਿੱਚ ਭਾਈ ਬਿਨੇ ਦੇ ਘਰ ਸਨ 1640 ਨੂੰ ਇੱਕ ਬਾਲਕ ਨੇ ਜਨਮ ਲਿਆ। ਉਸ ਦਾ ਨਾਂ ਸੰਗਤ ਰੱਖਿਆ ਗਿਆ। ਛੋਟੀ ਉਮਰੇ ਕੰਮਕਾਜ ਵਿੱਚ ਪੈ ਗਿਆ ਅਤੇ ਫੇਰੀ ਲਗਾ ਕੇ ਸਮਾਨ ਵੇਚਣ ਲੱਗਾ। ਘਰੋਂ ਸੌਖਾ ਹੋ ਗਿਆ ਅਤੇ ਗੁਰੂ ਸੋਭਾ ਸੁਣ ਕੇ ਕੀਰਤਪੁਰ ਆਇਆ। ਇੱਥੇ ਫੇਰੀ ਲਗਾਵੇ ਅਤੇ ਲੰਗਰ ਦੀ ਸੇਵਾ ਵਿੱਚ ਜੁੜ ਜਾਏ। ਇਤਨੇ ਨੂੰ ਇੱਕ ਐਸੀ ਘਟਨਾ ਵਾਪਰੀ ਕਿ ਗੁਰੂ ਚਰਨਾਂ ਤੇ ਆ ਟੱਠ। ਭਾਈ ਭਗਤੂ ਜੀ, ਜਿਨ੍ਹਾਂ ਦੀ ਕਰਨੀ ਨੂੰ ਸਾਰਾ ਜੱਗ ਜਾਣਦਾ ਸੀ, ਇੱਕ ਸਮੇਂ ਵਾਢੀਆਂ ਪਵਾ ਰਹੇ ਸਨ ਕਿ ਕਾਮਿਆਂ ਨੇ ਸੁਭਾਵੇ ਕਿਹਾ, ਭਾਈ ਸਾਹਿਬ ਸਾਡੀ ਮਿਹਨਤ ਵੱਲ ਦੇਖੋ। ਤੁਸੀਂ ਪ੍ਰਸ਼ਾਦੇ ਤੇ ਲੈ ਆਏ ਹੋ, ਇਤਨਾ ਥੋੜਾ ਘਿਓ, ਮਿਹਨਤ ਮਸ਼ੱਕਤ ਅਸੀਂ ਦਿਲ ਲਗਾ ਕੇ ਕਰਦੇ ਹਾਂ, ਖਵਾਓ ਵੀ ਚੰਗਾ ਪਰ ਚੋਖਾ। ਦੇਵਨੇਤ ਭਾਈ ਸੰਗਤ ਜੀ ਉਧਰੋਂ ਹੀ ਫੇਰੀ ਲਗਾਉਣ ਜਾ ਰਹੇ ਸਨ। ਘਿਓ ਦੀਆਂ ਕੁਪੀਆਂ ਤੇ ਹੋਰ ਸੌਦਾ ਸਲਫ ਲੱਦਿਆ ਹੋਇਆ ਸੀ। ਭਾਈ ਸਾਹਿਬ ਨੇ ਹਰ ਕਾਮੇ ਨੂੰ ਇੱਕ ਇੱਕ ਪਲੀ ਘਿਓ ਦਿਲਵਾਇਆ ਤੇ ਇਹ ਕਿਹਾ ਕਿ ਦਾਮ ਗੁਰੂ ਖਾਨਿਓ ਲੈ ਜਾਣ। ਜਦ ਭਾਈ ਸੰਗਤ ਜੀ ਘਰ ਪੁੱਜੇ ਅਤੇ ਕੂਪਾ ਰੱਖਿਆ ਅਤੇ ਸਵੇਰੇ ਫਿਰ ਫੇਰੀ ਲਗਾਉਣ ਲਈ ਟੁਰਨ ਲੱਗੇ ਤਾਂ ਹੈਰਾਨ ਹੋਏ ਕਿ ਘਿਓ ਕੂਪੇ ਵਿੱਚੋਂ ਰਤੀ ਭਰ ਘਟਿਆ ਨਹੀਂ। ਭਾਈ ਭਗਤੂ ਜੀ ਪਾਸ ਸੰਗਤ ਜੀ ਪੁੱਜੇ ਅਤੇ ਕਿਹਾ, ਮੈਨੂੰ ਬਰਕਤਾਂ ਦੇ ਦਾਤੇ ਪਾਸ ਲੈ ਚੱਲੋ। ਭਾਈ ਭਗਤੂ ਜੀ ਨਾਲ ਲੈ ਆਏ ਅਤੇ ਕਿਹਾ ਕਿ ਸੇਵਾ ਤਾਂ ਇਹ ਚਿਰਾਂ ਦੀ ਕਰ ਰਿਹਾ ਹੈ, ਪਰ ਹੁਣ ਸ਼ਰਧਾ ਧਾਰ ਆਇਆ ਹੈ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਕਿਹਾ ਕਿ ਫੇਰੀ ਲਗਾਉਂਦਿਆਂ ਹੀ ਤੈਨੂੰ ਇਹ ਦਾਤ ਮਿਲੀ ਹੈ, ਤੂੰ ਸਾਡਾ ਫੇਰੂ ਸਿੱਖ ਹੈ। ਸਤਿਗੁਰ ਦੀ ਮਰਜ਼ੀ ਮੁਤਾਬਕ ਹੀ ਲੰਗਰ ਚਲਾਇਆ ਅਤੇ ਜੋ ਆਵੇ ਸੋ ਖਾਏ। ਇੱਕ ਦਿਨ ਸਮੇਂ ਕੁੱਥੇ ਸੰਗਤ ਆਈ, ਵਰਤਾਵਿਆਂ ਦੇ ਹੱਥ ਜੋ ਆਇਆ ਛਕਾ ਦਿੱਤਾ। ਇੱਕ ਪੰਗਤ ਨੂੰ ਮਿੱਸੇ ਪ੍ਰਸ਼ਾਦੇ ਤੇ ਦੂਜੇ ਨੂੰ ਪਰੌਂਠੇ। ਇੱਕ ਨੇ ਕਹਿ ਦਿੱਤਾ, ਫੇਰੂ ਤੂੰ ਲੰਗਰ ਕਾਣਾ ਕੀਤਾ ਹੈ। ਭਾਈ ਸਾਹਿਬ ਨੇ ਹੱਥ ਜੋੜ ਕਿਹਾ, ਭੁੱਲ ਹੋਈ ਹੈ। ਮਮ ਏਕ ਆਖ ਕਾਣੀ ਕਰੋ, ਗੁਰੂ ਲੰਗਰ ਰੱਖੋ ਬਹਾਲ। ਇਸੇ ਹੀ ਤਰ੍ਹਾਂ ਹੋਇਆ। ਉਹਨਾਂ ਦੀ ਇੱਕ ਅੱਖ ਜਾਂਦੀ ਰਹੀ ਪਰ ਲੰਗਰ ਨੂੰ ਆਂਚ ਨਾ ਆਉਣ ਦਿੱਤੀ। ਗੁਰੂ ਹਰਿਰਾਏ ਜੀ ਨੇ ਇੱਕ ਅੱਖ ਚਲੇ ਜਾਣ ਦੀ ਵਾਰਤਾ ਸੁਣੀ ਤਾਂ ਹੋਰ ਬਖਸ਼ਿਸ਼ ਦੇ ਕੇ ਨਿਹਾਲ ਕੀਤਾ। ਗੁਰਬਾਣੀ ਦੀ ਪੋਥੀ ਮਾਲਾ ਅਤੇ ਮਜੀਠੀ ਚੋਲਾ ਬਖਸ਼ਿਆ ਅਤੇ ਨੱਕੇ ਦੇਸ਼ ਸਿੱਖੀ ਪ੍ਰਚਾਰ ਕਰਨ ਦੀ ਆਗਿਆ ਕੀਤੀ ਅਤੇ ਕਿਹਾ ਕਿ ਹੱਥ ਤੇਰਾ ਤੇ ਖੀਸਾ ਮੇਰਾ ਨਿਸੰਗ ਹੋ ਵਰਤੋ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦਿਓ ਜਾਈ। ਉਹਨਾਂ ਮੀਏ ਕੇ ਮੋੜ ਦੀ ਜੂ ਆਸਣ ਲਗਾ ਲਏ ਅਤੇ ਨਾਮ ਦਾਨ ਅਤੇ ਖਾਣ ਪਾਣ ਦਾ ਅਟੁੱਟ ਲੰਗਰ ਲਗਾ ਦਿੱਤਾ। 10ਵੇਂ ਪਾਤਸ਼ਾਹ ਦੇ ਸਮੇਂ ਤੱਕ ਫੇਰੂ ਜੀ ਦੀ ਸੋਭਾ ਚੌਹਾਂ ਚੱਕੀ ਫੈਲੀ। ਜਦ ਦਸ਼ਮੇਸ਼ ਪਿਤਾ ਨੇ ਮਸੰਦ ਪ੍ਰਥਾ ਰੋਕਣ ਤੇ ਬੰਦ ਕਰਨ ਦਾ ਐਲਾਨ ਕੀਤਾ ਤਾਂ ਕਿਸੇ ਸ਼ਿਕਾਇਤ ਕੀਤੀ ਕਿ ਨੱਕੇ ਦੇਸ਼ ਦਾ ਫੇਰੂ ਜੋ ਬਹੁਤ ਧਨੀ ਹੈ ਆਪ ਜੀ ਪਾਸ ਨਹੀਂ ਆਇਆ। ਮਹਾਰਾਜ ਨੇ ਜਿਵੇਂ ਹੋਰ ਹੁਕਮਨਾਮੇ ਪਠਾਏ ਸਨ, ਫੇਰੂ ਨਾ ਵੀ ਹੁਕਮਨਾਮਾ ਭੇਜਿਆ ਕਿ ਮੁਸ਼ਕਾ ਬੰਨ੍ਹ ਕੇ ਪੇਸ਼ ਕਰੋ। ਹੁਕਮਨਾਮਾ ਲੈ ਜਾਣ ਵਾਲੇ ਸਿੱਖ ਜਦ ਫੇਰੂ ਦੇ ਸਥਾਨ ਤੇ ਪੁੱਜੇ ਤਾਂ ਉੱਥੋਂ ਦੀ ਜੁਗਤ ਦੇਖ ਚੁੱਪ ਕਰ ਗਏ। ਭਾਈ ਸਾਹਿਬ ਹੱਥੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਉਹਨਾਂ ਹੁਕਮਨਾਮਾ ਸੁਣਾਇਆ ਤਾਂ ਉਸੇ ਸਮੇਂ ਚੱਲ ਪਏ ਅਤੇ ਹੁਕਮ ਮੁਤਾਬਕ ਫੇਰੂ ਜੀ ਨੇ ਆਪ ਮੁਸ਼ਕਾ ਕੱਸਣ ਲਈ ਕਿਹਾ। ਸਿੱਖਾਂ ਕਿਹਾ ਕਿ ਆਨੰਦਪੁਰ ਲਾਗੇ ਜਾ ਕੇ ਮੁਸ਼ਕਾ ਕੱਸ ਲਵਾਂਗੇ, ਹੁਣ ਐਸੇ ਹੀ ਚੱਲੋ। ਭਾਈ ਸਾਹਿਬ ਨੇ ਕਿਹਾ ਕਿ ਸਾਰੀ ਜ਼ਿੰਦਗੀ ਗੁਰੂ ਹੁਕਮ ਅਨੁਸਾਰ ਗੁਜ਼ਾਰੀ ਹੈ, ਹੁਣ ਹੁਕਮ ਅਦੂਲੀ ਨਾ ਕਰੋ ਅਤੇ ਮੇਰਾ ਬਿਲਕੁਲ ਫਿਕਰ ਨਾ ਕਰੋ, ਜਿਵੇਂ ਹੁਕਮ ਹੈ ਕਰੋ। ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਬੱਧੇ ਹੋਏ ਸੁੱਟੇ ਗਏ ਤਾਂ ਕਲਗੀਧਰ ਨੇ ਕਿਹਾ, ਫੇਰੂ ਦੀ ਸੁੱਚੀ ਦਾੜੀ ਹੈ, ਇਸ ਨੇ ਨਿੱਜ ਲਈ ਕਦੇ ਕੁਝ ਨਹੀਂ ਰੱਖਿਆ। ਗੁਰੂ ਹਰਿਰਾਏ ਜੀ ਦਾ ਹੁਕਮ ਸੀ ਕਿ ਜੇਬ ਉਹਨਾਂ ਦੀ, ਹੱਥ ਭਾਈ ਸਾਹਿਬ ਦਾ, ਹੁਣ ਜੇਬ ਵੀ ਇਹਨਾਂ ਦੀ ਅਤੇ ਹੱਥ ਵੀ ਇਹਨਾਂ ਦਾ। ਭਾਈ ਸਾਹਿਬ ਨੇ ਹੱਥ ਜੋੜ ਕਿਹਾ, ਇਹ ਹੀ ਬਖਸ਼ਿਸ਼ ਕਰੋ ਕਿ ਖੀਸਾ ਵੀ ਤੁਹਾਡਾ ਤੇ ਹੱਥ ਵੀ ਤੁਹਾਡਾ ਹੀ ਰਹੇ। ਦਸ਼ਮ ਪਿਤਾ ਨੇ ਸੰਗਤ ਸਾਹਿਬ ਦਾ ਖਿਤਾਬ ਦਿੱਤਾ, ਆਪਣੀ ਦਸਤਾਰ ਨਾਲੋਂ ਅੱਧੀ ਦਸਤਾਰ ਬਖਸ਼ੀ। ਕੁਝ ਦਿਨ ਉੱਥੇ ਰਹਿ ਕੇ ਭਾਈ ਜੀ ਨੇ ਸੇਵਾ ਕੀਤੀ ਅਤੇ ਫਿਰ ਨੱਕੇ ਦੇਸ਼ ਚਲੇ ਗਏ। ਸੰਨ 1706 ਨੂੰ ਗੁਰਪੁਰੀ ਸੁਧਾਰ ਗਏ। ਭਾਈ ਸਾਹਿਬ ਇੱਕ ਉੱਘੇ ਵਿਦਵਾਨ ਅਤੇ ਕਵੀ ਸਨ। ਭਾਈ ਸਾਹਿਬ ਵੀਰ ਸਿੰਘ ਜੀ ਨੇ ਕਈ ਪੰਗਤਾਂ ਉਹਨਾਂ ਦੀਆਂ ਉਚਾਰੀਆਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰੇਮ ਸ਼ਰਧਾ ਸਿਦਕ ਸੇਵਾ ਡਲਕਾ ਮਾਰਦਾ ਹੈ। ਕਿਸ ਸ਼ਰਧਾ ਨਾਲ ਕਹਿੰਦੇ ਹਨ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੁੰਡੀਲ ਬਣੀ ਬਣੀ, ਫੇਰੂ ਜਾਣ ਸੱਜਣ ਤੋਂ ਵਾਰੀ, ਤਾਂ ਤੇ ਭਲੀ ਬਣੀ। ਕਿਸ ਵਿਸ਼ਵਾਸ ਵਿੱਚ ਕਹਿੰਦੇ ਹਨ, ਨੇਹੂ ਲਗਾ ਲਗ ਟੁੱਟਦਾ ਨਾਹੀਂ, ਸ਼ੌਹ ਬਾਝੋਂ ਗਲਾਂ ਉਣੀਆਂ, ਫੇਰੂ ਜਿਉਂਦਿਆਂ ਨਹਿ ਵਿਸਰੇ ਨਾਹੀਂ। ਸੁਣਿਆ ਭੀ
ਦੂਣ ਚੌਣੀਆਂ। ਇਹ ਬਖਸ਼ ਦੀ ਸੰਭਾਲ ਭਾਈ ਨਾਰਾਇਣ ਦਾਸ ਜੀ ਤੋਂ ਪਿੱਛੋਂ ਭਾਈ ਹੀਰਾ ਲਾਲ ਜੀ ਕਰਦੇ ਰਹੇ। ਭਾਈ ਹੀਰਾ ਲਾਲ ਜੀ ਵੀ ਬੜੇ ਹੀ ਕਰਨੀ ਵਾਲੇ ਸਨ। ਇਹ ਵੀ ਕਹਿੰਦੇ ਹਨ ਕਿ ਭਾਈ ਨਰਪਤ ਰਾਏ ਜੀ ਨੇ ਭਾਈ ਸਹਾਈ ਸਿੰਘ ਨੂੰ ਪੁੱਤਰੀ ਦਾ ਵਾਰ ਦੇ ਕੇ ਕਿਹਾ ਸੀ ਕਿ ਇਹ ਲੜਕੀ ਬੜਾ ਜਸ ਖੱਟੇਗੀ। ਇਹ ਹੀ ਪੁੱਤਰੀ ਸਦਾ ਕੌਰ ਕਰਕੇ ਸਿੱਖ ਇਤਿਹਾਸ ਵਿੱਚ ਚਮਕੀ। ਇਸੇ ਹੀ ਬਖਸ਼ ਵਿੱਚੋਂ ਭਾਈ ਰਾਜਾ ਰਾਮ ਜੀ ਨੇ ਸਿਆਲਕੋਟ ਵੱਲ ਬਹੁਤ ਪ੍ਰਚਾਰ ਕੀਤਾ ਸੀ। ਅੰਮ੍ਰਿਤਸਰ ਅਤੇ ਜੰਡਿਆਲੇ ਵਿੱਚ ਵੀ ਇਸੇ ਬਖਸ਼ ਦੇ ਮੁਖੀਆਂ ਪ੍ਰਚਾਰ ਕੀਤਾ। ਲੁਧਿਆਣੇ ਲਾਗੇ ਸਾਹਨੇਵਾਲ ਪਿੰਡ ਚੋਹਲਾ, ਧਰਮਸ਼ਾਲ ਮਾਣਕ ਦੇ ਬਾਣੀ, ਧਰਮਸ਼ਾਲ ਮੱਲ ਵਾਲੇ ਸਾਧੂ, ਗੜਦੀ ਵਾਲੇ ਸਾਧ ਇਸੇ ਬਖਸ਼ ਵਿੱਚੋਂ ਸਨ। ਇਸੇ ਬਖਸ਼ ਦੇ ਭਾਈ ਸੰਤੋਖ ਸਿੰਘ ਜੀ ਨੇ ਆਪ ਉਗਰਾਹੀ ਅਤੇ ਮਿਹਨਤ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਸਵੱਛ ਜਲ ਪਹੁੰਚਾਉਣ ਲਈ ਹੰਸਲੀ ਰਾਵੀ ਤੋਂ ਲੈ ਕੇ ਆਂਦੀ। ਇਸ ਬਖਸ਼ ਦੇ ਅਨੇਕਾਂ ਹੀ ਸਥਾਨ ਹਨ, ਜਿਨ੍ਹਾਂ ਵਿੱਚੋਂ ਪ੍ਰਸਿੱਧ ਗੂਹਲਾ, ਬੁੱਟਰ, ਗਹਿਰੀ, ਨਾਭਾ ਸ਼ਹਿਰ, ਚੂੜਕਾਣਾ, ਕੇਰ ਸਾਹਿਬ, ਰਸੀਦਪੁਰ, ਮੁਲਤਾਨ ਸ਼ਹਿਰ, ਜੋਹੀ, ਕਾਸ਼ੀ ਤੇ ਪਟਨਾ ਪ੍ਰਸਿੱਧ ਹਨ। ਭਗਤ ਭਗਵਾਨ ਪੰਡਿਤ ਬ੍ਰਹਮਾਨੰਦ ਦੇ ਕਥਨ ਅਨੁਸਾਰ ਭਗਤ ਗਿਰੀ ਦਾ ਜਨਮ ਬੋਧ ਗਇਆ ਦੇ ਵਸਨੀਕ ਉਤਕਲ ਬ੍ਰਾਹਮਣ ਦੇ ਘਰ ਹੋਇਆ। ਉਹਨਾਂ ਨੇ ਸਾਧਨਾ ਕੀਤੀ ਅਤੇ ਸਾਧੂਆਂ ਦੀ ਮੰਡਲੀ ਬਣਾ ਥਾਂ ਥਾਂ ਘੁੰਮਦੇ ਨਾਮ ਭਗਤ ਗਿਰ ਤੋਂ ਭਗਵਾਨ ਗਿਰ ਪੈ ਗਿਆ। ਗੁਰੂ ਨਾਨਕ ਨਾਮ ਦੀ ਮਹਿਮਾ ਤਾਂ ਹਰ ਥਾਵੇਂ ਕੰਨੀ ਪੈਂਦੀ ਸੀ, ਪਰ ਪੂਰੀ ਤਰ੍ਹਾਂ ਗੁਰਾਂ ਦੀ ਅਜ਼ਮਤ ਤੋਂ ਜਾਣੂ ਨਹੀਂ ਸੀ। ਉਹਨਾਂ ਨੂੰ ਇਹ ਸਰੋਤ ਪਈ ਕਿ ਪੰਚਾਲ ਦੇਸ਼ ਵਿੱਚ ਗੁਰੂ ਹਰਿਰਾਏ ਜੀ ਅਜਿਹੀ ਰਹਿਮਤ ਕਰ ਰਹੇ ਹਨ, ਜਿਨ੍ਹਾਂ ਲੋਕਾਂ ਦੇ ਹਿਰਦੇ ਹਿਮਾਲਿਆ ਪਰਬਤ ਵਾਂਗ ਜੜ ਅਤੇ ਅਗਿਆਨੀ ਹਨ। ਐਸਿਆਂ ਤੇ ਵੀ ਗੁਰਬਚਨਾਂ ਦੀਆਂ ਕਿਰਨਾਂ ਸੁੱਟ ਕੇ ਜੀਵਨ ਵਿੱਚ ਹਰਕਤ ਪੈਦਾ ਕਰ ਦਿੰਦੇ ਹਨ। ਜਿਸ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਬੂੰਦ ਵਾਂਗ ਢੁਲ ਢੁਲ ਕੇ ਗੁਰਸਾਗਰ ਵਿੱਚ ਘੁਲ ਮਿਲ ਜਾਂਦਾ ਹੈ। ਭਗਵਾਨ ਗਿਰ ਇਹ ਧਾਰ ਆਇਆ ਕਿ ਜੇ ਇਤਨਾ ਕਲਾਵਾਨ ਹਨ ਤਾਂ ਮੈਨੂੰ ਚਤਰਭੁੰਜ ਦੇ ਰੂਪ ਵਿੱਚ ਦਰਸ਼ਨ ਦੇਣ। ਐਸਾ ਹੀ ਹੋਇਆ। ਦਰਸ਼ਨ ਕਰ ਸੁਧ ਬੁਧ ਭੁੱਲ ਗਈ, ਹੋਸ਼ ਆਈ ਤਾਂ ਦੇਖਿਆ ਮੰਗੀ। ਗੁਰੂ ਹਰਿਰਾਏ ਜੀ ਨੇ ਕਿਹਾ ਕਿ ਤੁਸੀਂ ਜਿਸ ਦੇ ਦਰਸ਼ਨ ਦੀ ਸੱਧਰ ਲੈ ਕੇ ਆਏ ਸੋ ਉਹ ਪੂਰੀ ਹੋਈ। ਹੁਣ ਤੁਸੀਂ ਬਾਬਾ ਸ਼੍ਰੀ ਚੰਦ ਦੇ ਪੜਪੋਤਰੇ ਬਾਬਾ ਮਿਹਰ ਚੰਦ ਜੀ ਪਾਸ ਜਾਓ, ਕਿਉਂਕਿ ਭਗਵਾਨ ਗਿਰ ਦੀ ਇੱਛਾ ਭੇਖ ਲੈਣ ਦੀ ਸੀ ਅਤੇ ਸਾਥੀ ਸਾਧੂਆਂ ਨੂੰ ਨਾਲ ਰੱਖਣ ਲੋੜਦਾ ਸੀ। ਹਾਉ ਦਾ ਬੀਜ ਅਜੇ ਜੜੋਂ ਨਹੀਂ ਸੀ ਪੁੱਟਿਆ ਗਿਆ। ਇੱਕ ਹੋਰ ਗੱਲ ਵੀ ਸਿੱਧ ਕਰਨੀ ਸੀ ਕਿ ਹੁਣ ਬਾਬਾ ਸ਼੍ਰੀ ਚੰਦ ਦੇ ਖਾਨਦਾਨ ਦਾ ਗੁਰੂ ਘਰ ਨਾਲ ਕੋਈ ਵਿਰੋਧ ਨਹੀਂ। ਉਹਨਾਂ ਭੇਖ ਦਿੱਤਾ ਅਤੇ ਇਹ ਪ੍ਰਚਾਰ ਲਈ ਨਿਕਲੇ। ਪ੍ਰਚਾਰ ਕਰਦੇ ਦੇਖਿਆ ਕਿ ਕੋਈ ਪ੍ਰਭਾਵ ਨਹੀਂ ਪੈਂਦਾ। ਫਿਰ ਉਹ ਬਾਬਾ ਮਿਹਰ ਚੰਦ ਜੀ ਕੋਲ ਗਏ। ਉਹਨਾਂ ਕਿਹਾ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਹੁਕਮ ਤਖਤ ਤੋਂ ਲੈ ਕੇ ਕਾਰਜ ਰਾਸ ਕਰੋ। ਸਭ ਵਡਿਆਈਆਂ ਗੁਰੂ ਹਰਿਰਾਏ ਜੀ ਪਾਸ ਹਨ। ਤੁਸੀਂ ਮਹਿਮਾ ਦੇਖ ਤਾਂ ਆਏ ਸੀ, ਪਰ ਪ੍ਰਤੀਤ ਨਹੀਂ ਸੀ ਆਈ। ਹੁਣ ਪ੍ਰਤੀਤ ਕਰ, ਪ੍ਰੀਤ ਰੱਖ, ਨਿਜ ਮਤ ਤਿਆਗ, ਨਿਰਮਾਣ ਹੋ, ਉਸ ਦਰ ਜਾਓ। ਭਗਵਾਨ ਗਿਰ ਹੁਣ ਸਤਿਗੁਰ ਦੇ ਦਰ ਸਿੱਖੀ ਦੀ ਦਾਤ ਲੈਣ ਆਇਆ। ਸਾਥੀ ਸਾਧੂਆਂ ਨੂੰ ਕਿਹਾ, ਜਿੱਥੇ ਮਰਜੀ ਹੈ ਚਲੇ ਜਾਓ, ਆਪੂ ਦੀਨ ਹੋ। ਗੁਰੂ ਦਰ ਪੁੱਜਾ, ਚਰਨ ਧੂੜ ਮਸਤਕ ਤੇ ਲਗਾ ਲਈ, ਡੰਡੌਤ ਕਰ ਦਰ ਤੇ ਹੀ ਡਿੱਗ ਪਿਆ। ਮਹਾਰਾਜ ਨੇ ਨਾਮ ਦਾ ਪ੍ਰਕਾਸ਼ ਕੀਤਾ, ਆਤਮ ਬਲ ਬਖਸ਼ਿਆ ਤੇ ਫਰਮਾਇਆ, ਆਗੇ ਆਓ ਭਗਤ ਭਗਵਾਨ, ਅਬ ਹੁਏ ਦਰਗਾਹੇ ਪ੍ਰਵਾਨ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ ਵਾਲੀ ਅਵਸਥਾ ਤਾਰੀ ਹੋ ਗਈ। ਟੱਠੇ ਨੂੰ ਗੁਰੂ ਜੀ ਨੇ ਹੱਥਾਂ ਦਾ ਸਹਾਰਾ ਦੇ ਕੇ ਉਠਾਇਆ ਤੇ ਬਚਨ ਕੀਤੇ, ਅਬ ਤੁਮ ਪੂਰਬ ਦੇਸ਼ में जाओ कर उपदेश, सुन्नत बचन सब को दृढ़े, तुमको करे आदेश। जिथे भी हुण जाए सगल बचन बोलन नाल ही अगले दी सुरत उची हो जाए, नाम दी रंगत चढ़ जाए। इस तरह भगत भगवान गुर पए दयाला, पूरब देश तिन किया निहाला। उत्तर प्रदेश, बिहार ਅਤੇ ਹੋਰ ਮੁਲਕਾਂ ਵਿੱਚ ਭਗਤ ਭਗਵਾਨ ਦੀ ਕਿਰਪਾ ਨਾਲ 360 ਤੋਂ ਵੀ ਵਧੇਕ ਧਰਮ ਸਥਾਨ, ਧਰਮਸ਼ਾਲਾ ਇਸ ਬਖਸ਼ ਦੇ ਸਾਧੂਆਂ ਨੇ ਬਣਵਾਏ। ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ, ਇਹਨਾਂ ਢੂੰਡ ਢੂੰਡ ਗੁਰਦੁਆਰੇ ਉਸਾਰੇ। ਪੰਜਾਬ, ਸਿੰਧ, ਬਿਹਾਰ, ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਦੇ ਮੁਖੀ 12 ਚੇਲਿਆਂ ਤੇ 19 ਹੋਰ ਸੇਵਕਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਬਖਸ਼ ਸੁਥਰੇ ਸ਼ਾਹ ਮੌਲਵੀ ਨੂਰ ਮੁਹੰਮਦ ਚਿਸ਼ਤੀ ਨੇ ਆਪਣੀ ਪੁਸਤਕ ਤਹਿਕੀਕਾਤ ਚਿਸ਼ਤੀ ਵਿੱਚ ਲਿਖਿਆ ਕਿ ਸੁਥਰਾ ਚੰਦਰਾਮਲ ਮਦਵਾਰਾ ਜਾਤ ਦਾ ਖੱਤਰੀ ਸੀ। ਉਸ ਦੇ ਨਾਨਕੇ ਨੰਦ ਖੱਤਰੀ ਸਨ। ਉਸ ਦੀ ਜਨਮ ਭੂਮੀ ਪਿੰਡ ਬਹਿਰਾਮਪੁਰ ਬਾਰਾਮੂਲਾ ਲਾਗੇ ਸੀ। ਇਸ ਦੇ ਜਨਮ ਨੂੰ ਕੁਸ਼ਗਣਾ ਜਾਣ ਕੇ ਮਾਪੇ ਬਾਹਰ ਸੁੱਟ ਗਏ, ਕਿਉਂਕਿ ਜੰਮਦਿਆਂ ਹੀ ਦੰਦੀਆਂ ਇਸ ਦੇ ਮੂੰਹ ਵਿੱਚ ਸਨ। ਰੋਣ ਦੀ ਆਵਾਜ਼ ਜਦ ਗੁਰੂ
ਹਰਗੋਬਿੰਦ ਜੀ ਦੇ ਕੰਨੀ ਪਈ ਤਾਂ ਉਹਨਾਂ ਕਿਹਾ ਸੁਥਰਾ ਬਾਲ ਪਿਆ ਹੈ, ਚੁੱਕ ਕੇ ਸੰਭਾਲ ਅਤੇ ਪਾਲਣ ਦਾ ਪ੍ਰਬੰਧ ਕਰੋ। ਮਹਾਰਾਜ ਦੇ ਮੁਖੋਂ ਸੁਥਰਾ ਸ਼ਬਦ ਉਚਾਰਿਆ ਸੁਣ ਨਾਮ ਹੀ ਸੁਥਰਾ ਪੈ ਗਿਆ। 5 ਸਾਲ ਦਾ ਹੋਇਆ ਤਾਂ ਮਾਪੇ ਪਛਤਾਵਾ ਕਰ ਬੱਚੇ ਨੂੰ ਨਾਲ ਘਰ ਲੈ ਗਏ। ਮਾਪੇ ਗੁਜਰਨ ਉਪਰੰਤ ਸਭ ਘਰ ਦਾ ਧਨ ਮਾਲ ਧਰਮ ਅਰਥ ਕਰਕੇ ਸੁਥਰਾ ਗੁਰੂ ਦੇ ਚਰਨਾਂ ਵਿੱਚ ਫਿਰ ਆ ਗਿਆ। ਮਹਾਰਾਜ ਨੇ ਆਉਂਦਿਆਂ ਹੀ ਕਿਹਾ, ਆਓ ਸੁਥਰੇ ਸ਼ਾਹ। ਲੋਕੀ ਸੁਥਰੇ ਸ਼ਾਹ ਕਹਿਣ ਲੱਗ ਪਏ। ਸੁਭਾਅ ਦਾ ਬੜਾ ਹਸਮੁਖ ਸੀ। ਗੁਰੂ ਸੇਵਾ ਦਾ ਸਦਕਾ ਬਚਨਾਂ ਵਿੱਚ ਸੱਤਿਆ ਵੀ ਆ ਗਈ। ਜੋ ਬੋਲੇ ਪੂਰਾ ਹੋਵੇ। ਬੜੇ ਕੌਤਕੀ ਢੰਗ ਨਾਲ ਪ੍ਰਚਾਰ ਕਰਦੇ ਸਨ। ਇੱਕ ਸਮੇਂ ਗੁਰੂ ਦਰਬਾਰ ਵਿੱਚ ਭੀੜ ਲੱਗੀ ਹੋਈ ਸੀ। ਕੋਈ ਅੱਗੇ ਨਾ ਆਉਣ ਦੇਵੇ। ਇਸੇ ਨੇ ਇੱਕ ਠੀਕਰੀ ਦੀ ਭਰੀ ਬੋਰੀ ਲਈ ਅਤੇ ਅੱਗੇ ਹੋ ਕੇ ਕਹਿਣ ਲੱਗਾ, ਰਾਹ ਦਿਓ, ਭੇਟਾ ਕਰਨੀ ਹੈ। ਜਦ ਗੁਰੂ ਹਜ਼ੂਰ ਆਏ ਤਾਂ ਬੋਰੀ ਨੂੰ ਹੀ ਮੱਥਾ ਟੇਕੀ ਜਾਏ। ਮਹਾਰਾਜ ਨੇ ਪੁੱਛਿਆ, ਸੁਥਰੇ ਸ਼ਾਹ ਇਹ ਕੀ ਹੈ? ਤਾਂ ਕਹਿਣ ਲੱਗਾ, ਮਹਾਰਾਜ ਇਸੇ ਸਦਕਾ ਤਾਂ ਤੇਰੇ ਦਰਸ਼ਨ ਹੋਏ ਹਨ, ਨਹੀਂ ਤਾਂ ਤੇਰੇ ਦਰਸ਼ਨਾਂ ਤੱਕ ਕੌਣ ਪੁੱਜਣ ਦਿੰਦਾ। ਉਸੇ ਵੇਲੇ ਹੁਕਮ ਹੋਇਆ ਕਿ ਕਾਰ ਭੇਟਾ ਤੋਸ਼ੇਖਾਨੇ ਅਤੇ ਰਸਦ ਸਿੱਧੀ ਲੰਗਰ ਪਾਈ ਜਾਏ। ਦਰਸ਼ਨਾਂ ਲਈ ਕਿਸੇ ਨੂੰ ਨਾ ਰੋਕਿਆ ਜਾਏ। ਇਸੇ ਨੇ ਇੱਕ ਵਾਰੀ ਜਦ ਗੁਰੂ ਜੀ ਦੇ ਬਚਨ ਪਏ ਕਰਦੇ ਸਨ ਤਾਂ ਪਿੱਠ ਕਰ ਲਈ। ਸੰਗਤਾਂ ਬੁਰਾ ਮਨਾਇਆ ਤਾਂ ਮਹਾਰਾਜ ਨੇ ਪੁੱਛਿਆ, ਸੁਥਰਿਆ ਤੂੰ ਪਿੱਠ ਕਿਉਂ ਕੀਤੀ? ਸੁਥਰਾ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਬਚਨ ਪਹਿਲਾਂ ਤਾਂ ਮੈਂ ਸਨਮੁਖ ਹੋ ਕੇ ਚਿਹਰੇ ਤੇ ਝੱਲਦਾ ਰਿਹਾ, ਪਰ ਮੇਰੀ ਤਾਂ ਹੋਰ ਸੱਤਾ ਨਹੀਂ ਹੈ, ਇਸ ਲਈ ਪਿੱਠ ਕੀਤੀ ਹੈ। ਉੱਥੇ ਬਚਨਾਂ ਦੀ ਮਾਰ ਪਵੇ। ਪਤਾ ਨਹੀਂ ਬਚਨਾਂ ਦੇ ਤੀਰ ਸੰਗਤ ਕਿਵੇਂ ਸਹਾਰ ਲੈਂਦੀ ਹੈ। ਸਾਧੂ ਸੀਤਲ ਦਾਸ ਨੂੰ ਉਂਗਲਾਂ ਦਿਖਾ ਹੀ ਦਰਸਾ ਦਿੱਤਾ ਕਿ ਉਹ ਕੇਵਲ ਨਾਂ ਦਾ ਹੀ ਸੀਤਲ ਹੈ। ਅੰਦਰ ਅੱਗ ਸੁਲਗ ਰਹੀ ਸੂ। ਔਰੰਗਜ਼ੇਬ ਵੇਲੇ ਤਾਂ ਜੁਰਤ ਦੀ ਹੱਦ ਦੱਸਿਆ। ਦਿੱਲੀ ਜਾ ਕੇ ਕਈ ਵਾਰੀ ਮੌਲਾਨਿਆਂ, ਕਾਜ਼ੀਆਂ ਤੇ ਔਰੰਗਜ਼ੇਬ ਨੂੰ ਝੂਠਾ ਕੀਤਾ। ਔਰੰਗਜ਼ੇਬ ਸਾਹਮਣੇ ਜਾ ਕੇ ਵੀ ਕਹਿ ਦਿੱਤਾ ਕਿ ਦਿਲ ਨਾ ਢਾਹ, ਇਹ ਹੀ ਰੱਬ ਦੀ ਮਸੀਤ ਹੈ। ਸਤਿਗੁਰ ਹਰ ਰਾਏ ਜੀ ਨੇ ਸੁਥਰੇ ਸ਼ਾਹ ਦੀ ਜੁਰਤ, ਸੁਰਤ, ਅਡੋਲ ਅਤੇ ਪਵਿੱਤਰਤਾ ਦੀ ਮੂਰਤ ਦੇਖ ਕੇ ਇੱਕ ਬਖਸ਼ ਦਾ ਆਗੂ ਬਣਾਇਆ। ਗੁਰੂ ਹੁਕਮ ਪਾ ਕੇ ਭਾਈ ਸਾਹਿਬ ਨੇ ਪੰਜਾਬ ਦੀਆਂ ਪਰਬਤੀ ਰਿਆਸਤਾਂ ਕਸ਼ਮੀਰ ਅਤੇ ਬਲਖ ਬੁਖਾਰਾ ਤੱਕ ਸਿੱਖੀ ਦਾ ਝੰਡਾ ਲਹਿਰਾਇਆ। ਦਬਿਸਤਾਨ ਮਹਾਜਬ ਨੇ ਵੀ ਲਿਖਿਆ ਹੈ ਕਿ ਸੁਥਰਾ ਤੇ ਜਾਦੋ ਦੋ ਸਿੱਖਾਂ ਨੇ ਬੜੇ ਨਿਰਾਲੇ ਢੰਗ ਨਾਲ ਸਿੱਖੀ ਦੂਰ ਦੂਰ ਤੱਕ ਫੈਲਾਈ। ਇਸ ਬਖਸ਼ ਦੇ 4 ਉੱਗੇ ਸੱਜਣ ਭਾਈ ਜਾਦੋ, ਭਾਈ ਝੂੰਗਾ ਸ਼ਾਹ, ਭਾਈ ਰਜਾਲ ਸ਼ਾਹ ਅਤੇ ਅੰਧੇਰ ਸ਼ਾਹ ਹੋਏ ਹਨ। ਸੁਥਰੇ ਸ਼ਾਹ ਦੇ ਕਈ ਟੱਪੇ ਜੋ ਬਹੁਤ ਹੀ ਭਾਵਪੂਰਤ ਹਨ ਅਤੇ ਲੋਕਾਂ ਦੇ ਮੂੰਹ ਚੜੇ ਹੋਏ ਹਨ। ਬੜਾ ਸਿੱਧਾ ਪ੍ਰਚਾਰ ਉਹਨਾਂ ਦੀ ਕਵਿਤਾ ਵਿੱਚ ਸੀ, ਜਿਵੇਂ ਹਾਥੀ ਘੋੜੇ ਮਾਲ ਧਨ ਇਹ ਖਤਰਾ ਹੀ ਜਿੰਦ ਕਾ, ਜੇ ਸੁਖ ਲੋੜੇ ਸੁਥਰਿਆ ਸਿਮਰ ਨਾਮ ਗੋਬਿੰਦ ਕਾ, ਢੋਲ ਵਜੇ ਘਰ ਲੁੱਟੀਏ ਲੋਕ ਜਾਣੇ ਵਿਆਹ, ਸਾਹਿਬ ਅਰਥ ਨਾ ਬੀਜਿਓ ਹੋਏ ਮੁਖ ਸਿਆਹ, ਜਿਤ ਵੇਲੇ ਲੇਖਾ ਮੰਗੀਐ ਗਲ ਪੱਲੂ ਤੇ ਮੂੰਹੋਂ ਕਾ, ਰਾਹੋ ਕੁੱਥੇ ਸੁਥਰਿਆ ਤਿੰਨਾਂ ਨੂੰ ਬੜਾ ਦਾਹ, ਸ਼ਬਾਸ਼ ਪੱਟੇ ਸ਼ਬਾਸ਼ ਮੁੱਛੇ ਸ਼ਬਾਸ਼ ਲੀਤੇ ਲੁੱਟ, ਸ਼ਬਾਸ਼ਾਂ ਦਾ ਮਾਰਿਆ ਸੁਥਰਿਆ ਕਹੀ ਨਾ ਲਹੀਸੇ ਝੱਟ, ਸੁਥਰਿਆ ਲੋਕਾਂ ਦੀਆਂ ਕਹਾਣੀਆਂ ਧਰੇ ਕੰਮ ਨਾ ਕੋਏ, ਜੋ ਤੈ ਕੰਮ ਸਵਾਰਨਾ ਸਿਮਰ ਸਵੇਰੇ ਸੋਏ। ਮੀਰੀ ਪੀਰੀ ਦੇ ਮਾਲਕ ਗੁਰੂ ਉਪਮਾ ਵਿੱਚ ਉਸ ਕਮਾਲ ਦੀ ਪੌੜੀ ਕਹੀ, ਉਹ ਚਾਕਰ ਵੱਡੀ ਠਿਓਰ ਦਾ ਕਰਨੀ ਹੈ ਪੂਰਾ, ਘੋੜਾ ਉਸਦਾ ਲੱਖ ਦਾ ਹਥਿਆਰੀ ਸੂਰਾ, ਘਾਉ ਨਾ ਖਾਏ ਮਗਰ ਵਿੱਚ ਸਨਮੁਖ ਮਗਰੂਰਾ, ਖਵਈਆਂ ਸਾੜੇ ਦੁੱਧ ਦਾ ਕਦੇ ਖਾਏ ਨਾ ਕੂਰਾ, ਸਭੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ। ਭਾਈ ਸੁਥਰੇ ਸ਼ਾਹ 56 ਵਰ੍ਹੇ ਦੀ ਆਯੂ ਭੋਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਕਾਲ ਚਲਾਣਾ ਕਰ ਗਏ। ਇਸ ਬਖਸ਼ ਦੇ ਹੋਰ ਉੱਗੇ ਸਿੱਖ ਭਾਈ ਝੰਗੜ ਸ਼ਾਹ, ਭਾਈ ਮੁਸ਼ਤਾਕ ਸ਼ਾਹ, ਭਾਈ ਹਰੇ ਸ਼ਾਹ ਪ੍ਰਸਿੱਧ ਹੋਏ। ਇਹਨਾਂ ਦੇ 2 ਅਸਥਾਨ, ਇੱਕ ਚੌਂਕ ਛੱਤੀ ਖੂਹੀ ਅਤੇ ਦੂਜਾ ਖਜ਼ਾਨੇ ਦੇ ਕਟੜੇ ਲਾਗੇ ਸ਼੍ਰੀ ਅੰਮ੍ਰਿਤਸਰ ਦੇਖੇ ਜਾ ਸਕਦੇ ਹਨ, ਅਤੇ ਹੋਰ ਕਈ ਨੂਰ ਮਹਿਲ, ਸਿੰਧ, ਜੌਨਪੁਰ ਅਤੇ ਅਫਗਾਨਿਸਤਾਨ ਵੀ ਹਨ। ਚੌਥੀ ਬਖਸ਼ ਭਾਈ ਮੀਆਂ ਸਾਹਿਬ ਮਹਾਨਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਖਵਾਜਾ ਅਰਜਾਨੀ ਦੀ ਕਰਨੀ ਤੇ ਖੁਸ਼ ਹੋ ਕੇ ਸੋਹਣਾ ਦਾ ਖਿਤਾਬ ਦਿੱਤਾ। ਕਿਰਤਪੁਰ ਰਹਿ ਕੇ ਇਹ ਸੇਵਾ ਕਰਦੇ ਰਹੇ। ਗੁਰੂ ਹਰ ਰਾਏ ਜੀ ਨੇ ਇਹਨਾਂ ਤੇ ਬਖਸ਼ ਕੀਤੀ ਅਤੇ ਗੁਰੂ ਸੇਵਾ ਵਿੱਚ ਜੁਟ ਗਏ, ਥਾਂ ਥਾਂ ਪ੍ਰਚਾਰ ਕਰਦੇ ਰਹੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕਾ ਸੁਣ ਉਸੇ ਸਮੇਂ ਨਗਰ ਸਰਹਾਲੇ ਵਿੱਚ ਚੜ੍ਹਾਈ ਕਰ ਗਏ। ਇਹਨਾਂ ਦੇ 3 ਪੁੱਤਰਾਂ ਭਾਈ ਰਾਮਦੇਵ, ਸੰਤ ਰਾਮ ਜੀ ਅਤੇ ਭਾਈ ਗੁਰਦਿਆਲ ਜੀ ਨੇ ਵੀ ਗੁਰੂ ਦੀ ਸੇਵਾ ਆਪਣੇ ਪਿਤਾ ਵਾਂਗੂ ਹੀ ਕੀਤੀ। ਗੁਰੂ ਤੇਗ ਬਹਾਦਰ ਜੀ ਵੇਲੇ ਭਾਈ ਰਾਮਦੇਵ ਜੀ ਜਲ ਦੀ ਸੇਵਾ ਕਰਦੇ ਸਨ। ਗੁਰੂ ਜੀ ਜਦ ਬਾਂਗਰ ਦੇਸ਼ ਵਿੱਚ ਵਿਚਰ ਰਹੇ ਸਨ ਤਾਂ ਉਹਨਾਂ
इतनी जल्दी सेवा की कि 9वें पातशाह ने तुरंत कहा, तुसां तां सचमुच ही मींह वरसा दिता है। अज तो तू साडा मींहा ही होया। हुण नाम जल्दी वरखा कीता करो। घर घर अंदर धर्मशाल साजो, अन्न पानी दा लंगर लगाओ। गुरु जी ने बलद, नगारा अते झंडा बख्शिया। ਇਹ नगर नगर जा लंगर छकाउंदे अते शब्द बाणी नाल टुੱਟਿਆਂ ਨੂੰ जोड़दे। एक समय आनंदपुर साहिब मस्ती विच नगारा वजाउंदे आ गए। दीवान की अजे समाप्ति नहीं सी हुई। हुक्म होया, जो भी नगारा वजा रहा है उसका निशान ते नगारा खो लवो। सेवादार खो के लै गए। आप जी ने रता भी रोस ना किया। जद गुरु दरबार हाजिर होए तो महाराज ने पूछा, तुसी रता भी गिला नहीं किया? तो हाथ जोड़ कहन लगे, तुसां ही बख्शे सन अते तुसां ही वापस लै लए, तां रोस गिला काहदा? गुरु गोबिंद सिंह जी निर्माण अते निर्लेप बिरती देख होर प्रसन्न होए। ना सिर्फ नगारा अते निशान ही मोड़िया, सगों एक श्री साहिब गुरु ग्रंथ साहिब दी बीड़ अते अद्धी दस्तार सीस दी भी दित्ती। इस बख्श दे अनेकां ही सेवक होए। सारे पंजाब अते उत्तर प्रदेश, बिहार, उड़ीसा, कटक, मध्य भारत विखे अमरावती अते उज्जैन तक अते कंधार विच जो वड्डी धर्मशाला प्रसिद्ध है, ओह भी मीहा साहिब दे चेले जिहदे उद्यम उपराले नाल ही बनी सी। भाई साहिब दा अकाल चलाना पिंड धोइयां तहसील नारोवाल जिला सियालकोट विच होया। पंजवीं बख्श बख्त मलीए। गुरु उदासीन मत दर्पण ने बख्त मल नूं भी गुरु हरराय जी कोलों ही बख्शिश लै दरसाया है। ਇਹ ਕਾਬਲ ਵਿੱਚ ਕਾਰ ਭੇਟਾ ਇਕੱਠੀ ਕਰਦੇ ਸਨ ਅਤੇ ਨਿੱਜ ਤੇ ਰਤਾ ਭਰ ਵੀ ਖਰਚ ਨਾ ਕਰਦੇ। H.A. ਰੋਜ਼ ਨੇ ਗਲਾਸਰੀ ਆਫ ਦੀ ਟਾਈਮਸ ਐਂਡ ਕਸਟਮ ਆਫ ਦੀ ਪੰਜਾਬ ਵਿੱਚ ਲਿਖਿਆ ਹੈ ਕਿ ਬਖਤ ਮਲੀਏ ਸਾਧੂ ਸਿੰਘਾਂ ਦੀ ਹੀ ਇੱਕ ਸੰਪਰਦਾ ਹੈ ਜੋ ਬਖਤ ਮਲ ਜੀ ਤੋਂ ਚੱਲੀ। ਜਦੋਂ ਗੁਰੂ ਗੋਬਿੰਦ ਜੀ ਨੇ ਮਸੰਦਾਂ ਨੂੰ ਸੋਧਿਆ ਤਾਂ ਉਹਨਾਂ ਵਿੱਚ ਇਸੇ ਬਖਤ ਮਲ ਨੇ ਮਾਤਾ ਗੁਜਰੀ ਪਾਸ ਸ਼ਰਨ ਲਈ ਅਤੇ ਨਾਰੀ ਦਾ ਭੇਸ ਬਣਾ ਲਿਆ। ਇਸ ਸੰਪਰਦਾ ਦੇ ਸੇਵਕ ਬਖਸ਼ ਦੇ ਸਾਧ ਕਹਿਲਾਉਂਦੇ ਹਨ। ਪੰਜਾਬ, ਸਿੰਧ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਬਖਸ਼ ਨੇ ਸਿੱਖੀ ਦਾ ਪ੍ਰਚਾਰ ਕੀਤਾ। ਛੇਵੀਂ ਬਖਸ਼ ਜੀਤ ਮੱਲੀਏ। ਇਹਨਾਂ ਤੇ ਵੀ ਬਖਸ਼ ਗੁਰੂ ਹਰਰਾਏ ਜੀ ਦੀ ਹੋਈ। ਜਦ 10ਵੇਂ ਪਾਤਸ਼ਾਹ ਵੇਲੇ ਪੁੱਛ ਪੜਤਾਲ ਤੇ ਸੋਧ ਸੁਧਾਈ ਹੋਈ ਤਾਂ ਇਹਨਾਂ ਦਾ ਕਿਰਦਾਰ ਸੱਚਾ ਸੁੱਚਾ ਨਿਕਲਿਆ ਤੇ ਫਿਰ ਆਗਿਆ ਹੋਈ ਕਿ ਧਰਮ ਧੁਜਾ ਝੁਲਾਓ ਅਤੇ ਸਿੱਖੀ ਪ੍ਰਚਾਰ ਹੋਰ ਦ੍ਰਿੜ ਹੋ ਕੇ ਕਰੋ। ਇਹਨਾਂ ਦਾ ਮੁੱਖ ਸਥਾਨ ਫਤਿਹਪੁਰ ਹੈ। ਇਸ ਤਰ੍ਹਾਂ 6 ਹੋਰ ਬਖਸ਼ਿਸ਼ਾਂ ਬਾਬਾ ਬੁੱਢਾ ਜੀ ਦੀ ਸੰਤਾਨ ਦੱਖਣੀ ਰਾਏ, ਸਾਧੂ ਨੰਦ ਲਾਲ, ਦੀਵਾਨੇ ਹੀਰਾ ਦਾਸੀਏ ਤੇ ਰਾਮ ਰਾਈਆਂ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਦੀਵਾਨਿਆਂ ਬਾਰੇ ਗਲਾਸਰੀ ਵਿੱਚ ਰੋਜ਼ ਨੇ ਲਿਖਿਆ ਹੈ ਕਿ ਗੁਰੂ ਹਰਰਾਏ ਦੀ ਆਗਿਆ ਨਾਲ ਹੀ ਭਾਈ ਬਾਲਾ ਅਤੇ ਭਾਈ ਹਰੀਆ ਨੂੰ ਬਖਸ਼ਿਸ਼ ਹੋਈ। ਇਹ ਪ੍ਰਚਾਰ ਕਰਦਿਆਂ ਦੀਵਾਨੇ ਹੀ ਹੋ ਜਾਂਦੇ ਹਨ। ਗਲ ਵਿੱਚ ਸਿੱਪੀਆਂ ਦੀ ਮਾਲਾ ਤੇ ਪਗੜੀ ਤੇ ਮੋਰ ਦੇ ਪੰਖ ਟੁੰਗ ਕੇ ਰੱਖਦੇ ਹਨ। ਇਹਨਾਂ ਨੇ ਪਛੜੀਆਂ ਜਾਤੀਆਂ ਵਿੱਚ ਬਹੁਤ ਪ੍ਰਚਾਰ ਕੀਤਾ। ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖਦੇ ਹਨ ਅਤੇ ਸਤਨਾਮ ਦਾ ਉਚਾਰਨ ਕਰਦੇ ਹਨ। ਇਸ ਬਿਆਨ ਤੇ ਮਹਾਨ ਕੋਸ਼ ਤੇ ਪੰਥ ਪ੍ਰਕਾਸ਼ ਨੇ ਪੜ੍ਹਿਆ। ਇਹ ਹੀ ਯਕੀਨ ਬਣਦਾ ਹੈ ਕਿ ਜਦ ਗੁਰੂ ਹਰਰਾਏ ਜੀ ਮਾਲਵਾ ਦੇਸ਼ ਵਿੱਚ ਰਹੇ ਸਨ ਤਾਂ ਮਨੋਹਰ ਦਾਸ ਨੇ ਇੱਕ ਚੇਲੇ ਬਾਬਾ ਭੁੰਦੜ ਦਾਸ ਨੂੰ ਮਸਤੀ ਦੇ ਭੇਖਾਂ ਵਿੱਚ ਅਟੁੱਟ ਅਤੇ ਦਿਨ ਰਾਤ ਦੀਵਾਨਿਆਂ ਵਾਂਗ ਸੇਵਾ ਕਰਦੇ ਦੇਖ ਦੀਵਾਨਾ ਸਾਹਿਬ ਦਾ ਖਿਤਾਬ ਦਿੱਤਾ। ਇਹਨਾਂ ਬਖਸ਼ਾਂ ਤੋਂ ਇਹ ਸਾਫ਼ ਪ੍ਰਤੀਤ ਹੋ ਜਾਂਦਾ ਹੈ ਕਿ ਗੁਰੂ ਹਰਰਾਏ ਜੀ ਦੀ ਕਿਰਪਾ ਨਾਲ ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਹੋਇਆ ਅਤੇ ਪਿੱਛੋਂ ਵੀ ਟੁਰਦਾ ਰਿਹਾ। ਅੱਜ ਅਸੀਂ ਨਿਰਭਉ ਨਿਰਵੈਰ ਜੀਵਨੀ ਗੁਰੂ ਹਰਰਾਏ ਜੀ ਕਿਤਾਬ ਦੇ 99 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।